Hey everyone, I Deepika. Welcome to all of you to Gil's Mentor e-learning channel. I hope you all are good and today I'm come here with your MCQ test. Okay, so it's your surprise test basically. So as you all know, we are covered two topics basically. So that were OSI model and ਕੰਪਿਊਟਰ ਨੈਟਵਰਕ ਸਿਕਿਉਰਿਟੀ ਦੀਆਂ ਕੁਝ ਟਰਮੀਨੋਲੋਜੀਜ਼ ਰਾਈਟ ਹੈ ਜੋ ਕਿ ਆਪਾਂ ਵਨ ਲਾਈਨਰ ਦੇ ਥਰੂ ਕਰੇ ਸੀਗੇ ਸੋ ਬੇਸਿਕਲੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਪਟਵਾਰੀ ਦੇ ਜੋ ਐਗਜ਼ਾਮ ਦੇ ਵਿੱਚ ਆਪਾਂ ਸਬਜੈਕਟ ਕਰ ਰਹੇ ਹਾਂ ਕੰਪਿਊਟਰ ਨੈਟਵਰਕ ਠੀਕ ਹੈ ਕੰਪਿਊਟਰ ਦੇ ਵਿੱਚ ਹੈ ਟੌਪਿਕ ਕੰਪਿਊਟਰ ਨੈਟਵਰਕ ਯੂਨਿਟ ਹੈ ਸੋ ਬੇਸਿਕਲੀ ਉਸਦੇ ਆਪਾਂ ਦੋ ਟੌਪਿਕ ਕਵਰ ਕਰ ਚੁੱਕੇ ਹਾਂ ਦੈਟ ਇਜ਼ OSI ਮਾਡਲ ਐਂਡ ਕੰਪਿਊਟਰ ਨੈਟਵਰਕ ਸਿਕਿਉਰਿਟੀਜ਼ ਠੀਕ ਹੈ ਸੋ ਸਿਕਿਉਰਿਟੀ ਤੇ ਆਪਾਂ ਬੇਸਿਕ ਟਰਮਸ ਦੇਖ ਚੁੱਕੇ ਹਾਂ ਸੋ ਜੋ ਟੌਪਿਕ ਸੀਗੇ ਆਪਾਂ ਆਲਰੇਡੀ ਵਿਦ ਥਿਊਰੀ ਐਂਡ MCQ ਕਵਰ ਕਰ ਚੁੱਕੇ ਹਾਂ ਬਟ ਗਾਈਜ਼ ਤੁਹਾਨੂੰ ਜਿੱਦਾਂ ਮੈਂ ਕਿਹਾ ਸੀਗਾ ਕਿ ਅਗਰ ਥਿਊਰੀ ਨਾਲ ਪ੍ਰੈਕਟਿਸ ਮਸਟ ਹੈ ਸੋ ਸੇਮ ਵਾਈਲ ਸੈਲਫ ਐਨਾਲਿਸਿਸ ਵੀ ਮਸਟ ਹੈ ਸੋ ਦੈਟ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੀ ਕਿੰਨੀ ਕੁ ਅੰਡਰਸਟੈਂਡਿੰਗ ਬਣ ਚੁੱਕੀ ਹੈ ਇਸ ਟੌਪਿਕ ਦੇ ਨਾਲ ਐਂਡ ਕਿੰਨੀ ਤੁਹਾਨੂੰ ਹੋਰ ਇਸ ਦੇ ਉੱਪਰ ਵਰਕ ਕਰਨ ਦੀ ਲੋੜ ਹੈ ਸੋ ਦੈਟਸ ਵਾਈ ਆਪਾਂ ਅੱਜ MCQ ਟੈਸਟ ਕਰਾਂਗੇ ਠੀਕ ਹੈ ਸੋ ਜੋ ਵੀ ਤੁਹਾਡੇ ਕੁਐਸਚਨ ਦੇ ਆਨਸਰ ਹੋਣਗੇ ਤੁਸੀਂ ਨੋਟ ਡਾਊਨ ਕਰ ਲੈਣਾ ਐਂਡ ਆਫਟਰ ਦੈਟ ਤੁਸੀਂ ਕੈਲਕੂਲੇਟ ਕਰਨਾ ਹੈ 24 ਕੁਐਸਚਨਸ ਹੋਣਗੇ ਬੇਸਿਕਲੀ ਸੋ 24 ਕੁਐਸਚਨ ਦੇ ਵਿੱਚ ਤੁਹਾਡੇ ਕਿੰਨੇ ਮਾਰਕਸ ਹੋਣਗੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਠੀਕ ਹੈ ਸੋ ਬਿਫੋਰ ਵੀ ਬਿਗਿਨ ਇਫ ਯੂ ਆਰ ਨਿਊ ਟੂ ਆਰ ਚੈਨਲ ਦੈਨ ਸਬਸਕ੍ਰਾਈਬ ਟੂ ਆਰ ਚੈਨਲ ਐਂਡ ਹਿਟ ਦਾ ਬੈਲ ਬਟਨ ਤਾਂ ਜੋ ਤੁਹਾਨੂੰ ਇਨਸਟੈਂਟ ਨੋਟੀਫਿਕੇਸ਼ਨ ਮਿਲਦੀ ਰਹੇ ਠੀਕ ਹੈ ਸੋ ਆਪਾਂ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ ਸੋ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਕਿ ਕੁਛ ਇਹਦੇ ਵਿੱਚ ਕੀ ਟੌਪਿਕਸ ਹੋਣਗੇ OSI ਮਾਡਲ ਜੋ ਆਪਾਂ ਕਰਿਆ ਸੀਗਾ ਥਿਊਰੀ ਦੇ ਨਾਲ ਠੀਕ ਹੈ ਐਂਡ ਕੁਛ ਕਰੇ ਸੀਗੇ ਨੈਟਵਰਕ ਸਿਕਿਉਰਿਟੀ ਐਂਡ ਗਾਈਜ਼ ਇਹਦੇ ਨਾਲ ਕੁਛ ਜੋ ਮੈਂ ਤੁਹਾਨੂੰ ਜਿੱਦਾਂ ਕਿ ਮੇਰੇ 7th ਲੈਕਚਰ ਹੋ ਚੁੱਕੇ ਹੈ ਠੀਕ ਹੈ ਸੋ ਜੋ ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਕੁਛ ਟੌਪਿਕਸ ਆਪਾਂ ਵਿਦ MCQ ਐਕਸਪਲੇਨੇਸ਼ਨ ਦੇ ਨਾਲ ਕਰੇ ਸੀਗੇ ਸੋ ਕੁਛ ਵਿੱਚ ਕੁਐਸਚਨਸ ਹੋਣਗੇ ਮਿਸਲੀਨੀਅਸ ਟਾਈਪ ਦੇ ਬਟ ਸਾਰੇ ਉਹੀ ਟੌਪਿਕਸ ਦੇ ਕੁਐਸਚਨ ਹੋਣਗੇ ਜੋ ਮੈਂ ਕਵਰ ਕਰਵਾ ਚੁੱਕੀ ਹਾਂ ਠੀਕ ਹੈ ਜੀ ਸੋ ਅੱਜ ਦਾ ਆਪਣਾ ਫਸਟ ਕੁਐਸਚਨ ਹੈ ਵਾਈ ਵਾਜ਼ OSI ਮਾਡਲ ਡਿਵੈਲਪਡ ਦੱਸੋ ਕਿਹੜੀ ਹੋ ਸਕਦੀ ਹੈ ਆਪਸ਼ਨ ਸੋ ਗਾਈਜ਼ ਇਹ ਕੁਐਸਚਨ ਬੇਸਿਕਲੀ ਉਹੀ ਹੋਣਗੇ ਜੋ ਤੁਹਾਨੂੰ ਮੋਸਟ ਐਕਸਪੈਕਟਡ ਕੁਐਸਚਨਸ ਹੈ ਐਂਡ ਪ੍ਰੀਵੀਅਸ ਈਅਰ ਕੁਐਸਚਨਸ ਹੈ ਠੀਕ ਹੈ ਸੋ ਕਹਿੰਦੇ ਕਿ OSI ਮਾਡਲ ਡਿਵੈਲਪ ਹੀ ਕਿਉਂ ਕਰਿਆ ਗਿਆ ਸੀਗਾ ਸੋ OSI ਮਾਡਲ ਕੀ ਕਹਿੰਦੇ ਮੈਨੂਫੈਕਚਰਰਸ ਡਿਸਲਾਈਕ ਦਾ TCP IP ਪ੍ਰੋਟੋਕੋਲ ਸੂਟ ਕਿਉਂਕਿ ਮੈਨੂਫੈਕਚਰ ਕੀ ਡਿਸਲਾਈਕ ਕਰਿਆ ਸੀਗਾ ਜਾਂ B ਆਪਸ਼ਨ ਸੀਗੀ the rate of data transfer was increasing exponentially third है standard were needed to allow any two systems to communicate and none of these so guys ਤੁਹਾਡੇ ਕੋਲ 5 seconds ਹੋਇਆ ਕਰਨਗੇ hurry up guys answer ਕੀ ਹੋਏਗਾ ਇਹਦਾ ਆਨਸਰ ਸੋ ਫਸਟ ਕੁਐਸਚਨ ਆਨਸਰ ਕੀ ਹੈ ਕੋ OSI ਮਾਡਲ ਡਿਵੈਲਪ ਕਰਿਆ ਸੀਗਾ ਜਸਟ ਬਿਕੋਜ਼ ਆਪਾਂ ਕੀ ਕਰਦੇ ਸੀਗੇ ਦੋ PC ਦੇ ਵਿੱਚ ਅਗਰ ਡੇਟਾ ਟ੍ਰਾਂਸਫਰ ਕਰਨਾ ਹੈ ਸੋ ਫਿਜ਼ੀਕਲ ਮੀਡੀਅਮ ਦੇ ਥਰੂ ਟ੍ਰਾਂਸਫਰ ਹੁੰਦਾ ਸੀਗਾ 7 ਲੇਅਰਸ ਹੁੰਦੀਆਂ ਸੀ ਕਿ ਬੇਸਿਕਲੀ ਆਪਾਂ OSI ਮਾਡਲ ਇਸ ਲਈ ਡਿਵੈਲਪ ਕਰਿਆ ਸੀਗਾ ਜਸਟ ਬਿਕੋਜ਼ ਕੁਝ ਸਟੈਂਡਰਡ ਸੈੱਟ ਹੋ ਜੇ ਕੁਝ ਰੂਲ ਸੈੱਟ ਹੋ ਜਾਣ ਕਿ ਓਕੇ ਅਗਰ ਇੱਕ PC ਦੇ ਵਿੱਚ 7 ਲੇਅਰ ਹੈ ਦੈਨ ਉਹ ਕੀ 7 ਲੇਅਰ ਦੇ ਡਿਫਰੈਂਟ ਫੰਕਸ਼ਨ ਪਰਫਾਰਮ ਕਰਕੇ ਡਿਫਰੈਂਟ ਪ੍ਰੋਟੋਕੋਲਸ ਯੂਜ਼ ਕਰਕੇ ਉਹ ਸੈਂਡਰ ਟੂ ਰਿਸੀਵਰ ਡੇਟਾ ਇਸ ਸਟੈਂਡਰਡ ਦੇ ਵਿੱਚ ਸੈਂਡ ਕਰੇਗਾ ਠੀਕ ਹੈ ਸੋ ਆਈ ਹੋਪ ਤੁਹਾਨੂੰ ਇਹਦਾ ਆਨਸਰ ਪਤਾ ਲੱਗ ਗਿਆ ਹੋਏਗਾ ਸੋ ਇਹਦਾ ਆਨਸਰ ਹੈ C ਠੀਕ ਹੈ ਸੋ ਨੈਕਸਟ ਮੂਵ ਕਰਦੇ ਹਾਂ ਸੈਕਿੰਡ ਕੁਐਸਚਨ ਡੇਟਾ ਲਿੰਕ ਲੇਅਰ ਇਜ਼ ਡਿਵਾਈਡਡ ਇਨਟੂ ਡੈਸ਼ ਪਾਰਟਸ ਦੱਸੋ 5 seconds ਹੈ ਗਾਈਜ਼ 3 ਪਾਰਟ ਹੈ 2 ਪਾਰਟ ਹੈ 7 ਪਾਰਟ ਹੈ ਜਾਂ ਨਨ ਆਫ ਥੀਸ ਦੱਸੋ ਕੀ ਹੋਏਗਾ ਸੋ ਆਪਾਂ ਕਰਿਆ ਸੀਗਾ ਇਹ ਵੀ ਥਿਊਰੀ 'ਚ ਆਪਾਂ ਬਹੁਤ ਡਿਟੇਲ 'ਚ ਡਿਸਕਸ਼ਨ ਕਰ ਚੁੱਕੇ ਹਾਂ ਸੋ ਇਸ ਦੀ ਰਾਈਟ ਆਪਸ਼ਨ ਹੈ ਆਪਸ਼ਨ ਨੰਬਰ B ਸੋ ਡੇਟਾ ਲਿੰਕ ਲੇਅਰ ਦੇ ਦੋ ਪਾਰਟ ਸੀਗੇ ਦੈਟ ਇਜ਼ LLC ਐਂਡ MAC ਦੈਟ ਇਜ਼ ਮੈਕ ਸੋ LLC ਕੀ ਸੀਗਾ ਲੌਜੀਕਲ ਲਿੰਕ ਕੰਟਰੋਲ ਠੀਕ ਹੈ ਐਂਡ MAC ਕੀ ਸੀਗਾ ਮੀਡੀਆ ਐਕਸੈਸ ਕੰਟਰੋਲ ਸੋ ਇਸ ਦੀ ਫਰਦਰ ਵਰਕਿੰਗ ਕੀ ਹੈ ਸੋ ਇੱਕ ਸੀਗਾ ਫਿਜ਼ੀਕਲ ਐਡਰੈਸਿੰਗ ਐਂਡ ਲੌਜੀਕਲ ਐਡਰੈਸਿੰਗ ਦਿਸ ਇਜ਼ ਲੌਜੀਕਲ ਐਡਰੈਸਿੰਗ ਫਿਜ਼ੀਕਲ ਐਡਰੈਸਿੰਗ ਓਕੇ ਸੋ ਨੈਕਸਟ ਕੁਐਸਚਨ ਹੈ MAC addressing is referred as ਦੱਸੋ ਗਾਈਜ਼ ਕੀ ਆਨਸਰ ਹੋ ਸਕਦਾ ਹੈ ਫਿਜ਼ੀਕਲ ਐਡਰੈਸਿੰਗ ਹੋ ਸਕਦੀ ਹੈ ਲੌਜੀਕਲ ਐਡਰੈਸਿੰਗ ਇਨਕ੍ਰਿਪਸ਼ਨ ਔਰ ਨਨ ਆਫ ਥੀਸ
आंसर ਕਿਹੜੀ ऑप्शन है? सो मैक एड्रेसिंग इज बेसिकली अ फिजिकल एड्रेसिंग। ओके, सो ਆਪਾਂ ਬਹੁਤ डिटेल ਦੇ ਵਿੱਚ ਕਰਿਆ ਸੀਗਾ ਕਿ ਜੋ ਵੀ ਅਗਰ ਡੇਟਾ ਲਿੰਕ ਲੇਅਰ ਹੈ ਬੇਸਿਕਲੀ ਉਸ ਦੇ ਵਿੱਚ ਹੀ ਯੂਜ਼ ਕਰਦੇ ਮੈਕ ਐਡਰੈਸਿੰਗ। ਸੋ ਇਫ ਦਿਸ ਇਜ਼ ਆਰ ਫਰੇਮ ਐਂਡ ਫਰੇਮ ਦੇ ਫਰੰਟ 'ਤੇ ਕੀ ਹੋਏਗਾ, ਮੈਕ ਐਡਰੈਸ ਆਪਾਂ ਮੈਂਸ਼ਨ ਕਰ ਦਾਂਗੇ। ਠੀਕ ਹੈ, ਸੋ ਦਿਸ ਇਜ਼ ਆਰ ਮੈਕ ਐਡਰੈਸ ਹੈਡਰ। ਸੋ ਇਸ ਦੇ ਵਿੱਚ ਕੀ ਹੋਏਗਾ, ਮੈਕ ਐਡਰੈਸ ਹੋਏਗਾ ਆਫ ਡੈਸਟੀਨੇਸ਼ਨ ਹੋਸਟ ਦਾ। ਠੀਕ ਹੈ, ਸੋ ਇਹਦੀ ਰਾਈਟ ਆਪਸ਼ਨ ਕੀ ਹੈ? ਆਪਸ਼ਨ ਨੰਬਰ ਏ, ਦੈਟ ਇਜ਼ ਫਿਜ਼ੀਕਲ ਐਡਰੈਸਿੰਗ ਕਿਹਾ ਜਾਂਦਾ ਹੈ ਮੈਕ ਐਡਰੈਸਿੰਗ ਨੂੰ। ਨੈਕਸਟ ਕੁਐਸਚਨ ਹੈ, the physical layer, data link layer and network layers are dash support layers। ਸੋ ਗਾਈਜ਼ ਇਹ ਸਾਰੇ OSI ਦੇ ਟੌਪਿਕਸ ਹੈ, ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਸੋ ਤੁਸੀਂ ਮੈਨੂੰ ਜਲਦੀ ਜਲਦੀ ਇਹਦਾ ਆਨਸਰ ਕਰੋ। ਸੋ ਇਹਦੀ ਕਿਹੜੀ ਆਪਸ਼ਨ ਹੋ ਸਕਦੀ ਹੈ? A ਆਪਸ਼ਨ, B, C ਜਾਂ D। ਸੋ ਕੀ ਕਹਿ ਰਹੇ ਆ, ਫਿਜ਼ੀਕਲ ਲੇਅਰ ਹੈ, ਡੇਟਾ ਲਿੰਕ ਲੇਅਰ ਹੈ ਔਰ ਨੈਟਵਰਕ ਲੇਅਰ ਹੈ। ਸੋ ਇਹ ਲੇਅਰਸ ਕਿਸ ਨੂੰ ਸਪੋਰਟ ਕਰਦੀਆਂ? ਸੋ ਗਾਈਜ਼ ਇਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿੱਦਾਂ ਆਪਣੀ 7 ਲੇਅਰਸ ਹੁੰਦੀਆਂ। ਠੀਕ ਹੈ, all people seem to need dance practice। ठीक है, all people seems to need dance practice। ਸੋ ਹੁਣ ਉਹਨਾਂ ਨੇ ਇਹ ਵਾਲੀ ਲੇਅਰ ਪੁੱਛੀਆਂ ਜੋ ਲਾਸਟ ਵਾਲੀ ਸੀ 1 2 3 4 5 6 7। ਸੋ ਜੋ ਲਾਸਟ ਵਾਲੀ ਲੇਅਰ ਸੀਗੇ ਕਿਸ ਨੂੰ ਸਪੋਰਟ ਕਰਦੇ ਸੀਗੀਆਂ? ਯੂਜ਼ਰ ਨੂੰ ਕਰਦੇ ਸੀ, ਨੈਟਵਰਕਸ ਨੂੰ ਜਾਂ ਬੋਥ ਨੂੰ? ਸੋ ਆਪਾਂ ਕੀ ਕਰਕੇ ਆਏ ਸੀਗੇ ਇਹਦੇ ਵਿੱਚ ਕਿ ਜੋ ਨੈਟਵਰਕ ਦੇ ਵਿੱਚ ਪੈਕਟਸ ਦਾ ਕੰਮ ਹੈ, ਇਸ ਦੇ ਵਿੱਚ ਫਰੇਮਸ ਦਾ ਕੰਮ ਹੈ, ਇਸ ਦੇ ਵਿੱਚ ਬਿਟਸ ਦਾ ਕੰਮ ਹੈ। ਸੋ ਬੇਸਿਕਲੀ ਕੀ ਸੀਗਾ, ਜੋ ਨੈਟਵਰਕ ਹੈ, ਬਿਟਸ ਹੈ, ਫਰੇਮਸ ਹੈ। ਸੋ ਗਾਈਜ਼ ਯੂਜ਼ਰ ਦਾ ਕੰਮ ਬਿਲਕੁਲ ਵੀ ਨਹੀਂ ਹੈ। ਸੋ ਇਹ ਕਿਸ ਦਾ ਕੰਮ ਹੈ? ਨੈਟਵਰਕ ਦਾ ਕੰਮ ਹੈ। ਠੀਕ ਹੈ, ਸੋ ਇਸ ਦੀ ਰਾਈਟ ਆਪਸ਼ਨ ਕੀ ਬਣਦੀ ਹੈ? बी ऑप्शन। ठीक है, सो जो अपनी एप्लीकेशन है, प्रेजेंटेशन है, सेशन है या ट्रांसपोर्ट है। सो बेसिकली ये जो एप्लीकेशंस हैं, जो ये लेयर्स है एक ही यूज़र सपोर्ट्स है, क्योंकि एप्लीकेशन कौन यूज़ करता है? यूज़र। प्रेजेंटेशन डेटा दी, सेशन क्रिएट करता है यूज़र। ओके, सो इज द राइट ऑप्शन क्वेश्चन दी की है नेटवर्क। सो नेक्स्ट क्वेश्चन है, which protocol layer uses the protocol www, http, ftp, smtp और email? सो गाइज ये प्रोटोकॉल ਕਿਹੜੇ ਵਿੱਚ यूज़ ਹੁੰਦੇ ਸੀ, ਕਿਸ ਲੇਅਰ 'ਚ यूज़ ਕਰਦੇ ਸੀਗੇ ਆਪਾਂ? फर्स्ट इज डेटा लिंक लेयर, सेशन लेयर, एप्लीकेशन लेयर एंड फिजिकल लेयर। सो दिस इज आर प्रोटोकॉल्स। बहुत ईजी है गाइज, आंसर हरी अप। सो जो www है दैट इज प्रोटोकॉल एंड http, ftp और smtp और ईमेल। सो ईमेल वगैरह जो ट्रांसफर प्रोटोकॉल है, फाइल है, सिंपल मेल ट्रांसफर प्रोटोकॉल है। बेसिकली ਆਪਾਂ ਕਿਸ 'ਚ यूज़ करते हैं? डेटा विच करते हैं, सैशन 'ਚ करते हैं, एप्लीकेशन 'ਚ करते हैं या फिजिकल 'ਚ करते हैं। वेरी ईजी। सो ये किस दे विच यूज़ होंदा है? सो बेसिकली यूज़ करते हैं ਆਪਾਂ एप्लीकेशन 'ਚ। सो ईमेल की अपनी एप्लीकेशन है, यूज़र यूज़ कर रहा है, सेंड smtp, ftp। ठीक है, सो एक ही एप्लीकेशन लेयर दे प्रोटोकॉल है। सो नेक्स्ट क्वेश्चन है, बहुत बार गाइस से पूछे गए क्वेश्चन। Dash the layer is responsible for source to destination delivery of packets across the multiple network lines। So stress की देते हैं guys? networks से source to destination multiple network links। so की होएगा? network layer है, presentation, transport और session। so इसका की होएगा आंसर? easy है guys, क्वेश्चन ਦੇ ਵਿੱਚ ਹੀ ਇਸ ਆਨਸਰ ਹੈ। सो आई होप ਤੁਸੀਂ आंसर नोट कर लिया होएगा, अपना टिक कर लिया होएगा। सो इस राइट ऑप्शन की है नैटवर्क लेयर। ठीक है, सो नैटवर्क लेयर ਦੇ ਵਿੱਚ ਆਪਾਂ ਕੀ यूज़ करते ਸੀਗੇ? पैकेट्स यूज़ करते ਸੀਗੇ। ओके, सो नैटवर्क लेयर ही है जो कि जिस दी की रिस्पॉन्सिबिलिटी है सोर्स टू डेस्टिनेशन की करती है, डिलीवरी करती है पैकेट्स की। सो पैकेट्स की किद्दां मूव करते हैं? नैटवर्क ਦੇ ਵਿੱਚ मूव करते हैं। ठीक है, सो नेक्स्ट क्वेश्चन, Dash the layer establish and maintain and synchronizes the interaction between communicating devices। सो गाइज दसो ਇਹਦਾ ਕੀ ਹੋ ਸਕਦਾ ਹੈ? ਕਿਸ ਦੇ ਵਿੱਚ ਆਪਾਂ ਸੈਸ਼ਨ, ਮੈਂ ਆਨਸਰ ਹੀ ਬੋਲ ਗਈ, ਕਿਸ ਦੇ ਵਿੱਚ ਆਪਾਂ ਜੋ ਲੇਅਰ ਦੇ ਵਿੱਚ ਇਸਟੈਬਲਿਸ਼ ਕਰਦੇ ਹਾਂ, ਮੇਨਟੇਨ ਕਰਦੇ ਹਾਂ, ਸਿੰਕਰੋਨਾਈਜ਼ ਕਰਦੇ ਹਾਂ। ਸੋ ਇਹ ਕਿਸ ਦੀ ਸੀਗੀ ਫੰਕਸ਼ਨੈਲਿਟੀ ਜਦੋਂ ਆਪਾਂ ਦੋ ਪੀਸੀ ਦੇ ਵਿੱਚ ਇੰਟਰੈਕਟ ਕਰਦੇ ਹਾਂ। ਸੋ ਇਹ ਆਪਸ਼ਨ ਹੈ ਐਪਲੀਕੇਸ਼ਨ ਲੇਅਰ, ਪ੍ਰੈਜੈਂਟੇਸ਼ਨ ਲੇਅਰ, ਫਿਜ਼ੀਕਲ ਲੇਅਰ ਔਰ ਸੈਸ਼ਨ ਲੇਅਰ।
ਸੋ ਇਜ਼ ਦਾ ਰਾਈਟ ਆਪਸ਼ਨ ਹੈ ਸੈਸ਼ਨ ਲੇਅਰ। ਓਕੇ, ਸੋ ਬੇਸਿਕਲੀ ਕੀ ਹੈ ਸੈਸ਼ਨ ਲੇਅਰ ਦੇ ਵਿੱਚ ਕੀ ਆਪਾਂ ਇਸਟੈਬਲਿਸ਼ਿੰਗ ਦੀ ਹੁੰਦਾ ਫੰਕਸ਼ਨੈਲਿਟੀ, ਮੇਨਟੇਨ ਕਰਦੇ ਹਾਂ ਸੈਸ਼ਨ, ਸਿੰਕਰੋਨਾਈਜ਼ ਕੀਤਾ ਜਾਂਦਾ ਤਾਂ ਜੋ ਡੇਟਾ ਹੈ ਉਹ ਐਰਰ ਫ੍ਰੀ ट्रांसफ़र होए। ओके, सो बेसिकली जो फंक्शनैलिटीज़ है वो किस दी सीगियां सैशन लेयर दे सीगियां। ओके, सो नेक्स्ट है फंक्शनैलिटी ऑफ प्रेजेंटेशन लेयर इंक्लूड्स, दसो प्रेजेंटेशन लेयर दी की सीगियां फंक्शनैलिटीज़। ਪ੍ਰੈਜੈਂਟੇਸ਼ਨ ਦੇ ਵਿੱਚ ਬੇਸਿਕਲੀ ਕੀ ਹੁੰਦਾ ਸੀਗਾ ਆਪਾਂ ਡੇਟਾ ਯੂਜ਼ ਕਰਦੇ ਸੀਗੇ, ਡੇਟਾ ਫਾਰਮੈਟ ਹੁੰਦਾ ਸੀਗਾ। ਸੋ ਡੇਟਾ ਨੂੰ ਕਿੱਦਾਂ ਪ੍ਰੈਜ਼ੈਂਟ ਕਰਨਾ ਹੈ, ਆਈ ਹੋਪ ਇਸ ਤੋਂ ਵੱਡਾ ਕਲੂ ਨਹੀਂ ਦੇ ਸਕਦੀ, ਮੈਂ ਬਹੁਤ ਡਿਟੇਲ 'ਚ ਤੁਹਾਨੂੰ ਡਿਸਕਸ ਕਰਿਆ ਸੀਗਾ। ਸੋ ਫਸਟ ਆਪਸ਼ਨ ਹੈ ਡੇਟਾ ਕੰਪਰੈਸ਼ਨ, ਡੇਟਾ ਇਨਕ੍ਰਿਪਸ਼ਨ, ਡੇਟਾ ਡਿਕ੍ਰਿਪਸ਼ਨ ਐਂਡ ਆਲ ਆਫ ਦੀਜ਼। ਸੋ ਰਾਈਟ ਆਪਸ਼ਨ ਕੀ ਹੋਏਗੀ? ਸੋ ਇਸ ਦੀ ਰਾਈਟ ਆਪਸ਼ਨ ਹੈ ਡੀ, that is all of the above। so guys ਇਸ ਦੇ ਵਿੱਚ ਕੀ ਹੈ, if ਅਗਰ sender to receiver ਅਗਰ data send ਕਰ ਰਹੇ ਹਾਂ, ਠੀਕ ਹੈ, ਸੋ ਪ੍ਰੈਜੈਂਟੇਸ਼ਨ ਦੇ ਵਿੱਚ ਆਪਾਂ ਇਹ ਵਰਕਿੰਗ ਕਿਉਂ ਕਰ ਰਹੇ ਇਹ ਸਭ ਫੰਕਸ਼ਨਸ ਤੇ। ਸੋ ਬੇਸਿਕਲੀ ਜਦ ਡੇਟਾ ਨੈਟਵਰਕ ਦੇ ਵਿੱਚ ਟਰੈਵਲ ਕਰੇਗਾ, ਟਰਾਂਸਮਿਸ਼ਨ ਹੋ ਰਹੀ ਹੈ, ਸੋ ਬੇਸਿਕਲੀ ਇੱਕ ਤਾਂ ਆਪਾਂ ਕੀ ਪ੍ਰੈਫਰ ਕਰਨਾ ਹੈ ਕਿ ਡੇਟਾ ਸਾਡਾ ਜ਼ਿਆਦਾ ਲਾਰਜ ਸਾਈਜ਼ ਦਾ ਨਾ ਹੋਏ, ਦੈਟਸ ਵਾਈ ਆਪਾਂ ਕੀ ਯੂਜ਼ ਕਰ ਰਹੇ ਹਾਂ, ਆਪਾਂ ਵਿਨ ਆਰ ਠੀਕ ਹੈ ਜ਼ਿਪ ਫਾਈਲ ਯੂਜ਼ ਕਰ ਰਹੇ ਹਾਂ, ਕੰਪਰੈਸ ਕਰ ਰਹੇ ਡੇਟਾ ਐਂਡ ਰਿਸੀਵਰ ਸਾਈਡ 'ਤੇ ਜਾ ਕੇ ਕੀ ਹੋਏਗਾ ਉਹ ਡੇਟਾ ਕੀ ਹੋ ਜਾਏਗਾ ਆਪਣਾ ਐਕਸਟਰੈਕਟ ਹੋ ਜਾਏਗਾ। ਠੀਕ ਹੈ, ਸੋ ਆਪਣਾ ਕਿਸੇ ਫੋਲਡਰ 'ਚ ਐਕਸਟਰੈਕਟ ਕਰ ਸਕਦੇ ਹਾਂ, ਰਾਈਟ ਹੈ। ਸੋ ਡੇਟਾ ਇਨਕ੍ਰਿਪਸ਼ਨ ਦੇ ਵਿੱਚ ਕੀ ਹੋ ਰਿਹਾ ਬੇਸਿਕਲੀ ਕਿ ਡੇਟਾ ਜੋ ਹੈ ਇਨਕ੍ਰਿਪਟਡ ਫੋਰਮ ਦੇ ਵਿੱਚ ਜਾਏਗਾ, ਜਸਟ ਬਿਕੋਜ਼ ਕਿ ਜੋ ਨੈਟਵਰਕ ਦੇ ਵਿੱਚ ਕੋਈ ਵੀ ਅਟੈਕਰ ਹੈ, ਹੈਕਰ ਹੈ, ਕੋਈ ਵੀ ਪਰਸਨ ਹੈ ਜੋ ਆਪਣਾ ਸੈਂਸਿਬਲ ਜੋ ਆਪਣਾ ਸੈਂਸਿਟਿਵ ਡੇਟਾ ਹੈ ਉਸਨੂੰ ਲੈ ਨਾ ਲਏ, ਠੀਕ ਹੈ। ਸੋ ਉਸਨੂੰ ਕੀ ਹੈ ਉਹ ਕੁਝ ਵੀ ਐਕਸੈਸ ਨਾ ਕਰ ਸਕੇ। ਸੋ ਬੇਸਿਕਲੀ ਉਸ ਪਰਪਸ ਦੇ ਲਈ ਕੀ ਯੂਜ਼ ਕਰਿਆ ਜਾਂਦਾ, ਡੇਟਾ ਇਨਕ੍ਰਿਪਸ਼ਨ ਟੈਕਨੀਕਸ ਯੂਜ਼ ਕਰੀ ਜਾਂਦੀਆਂ। ਸੋ ਇਨਕ੍ਰਿਪਸ਼ਨ ਕੌਣ ਕਰਦਾ ਹੈ, ਸੈਂਡਰ ਕਰਦਾ ਹੈ, ਐਂਡ ਡੇਟਾ ਡਿਕ੍ਰਿਪਸ਼ਨ ਕੌਣ ਰਿਸੀਵਰ ਸਾਈਡ 'ਤੇ ਹੁੰਦਾ ਹੈ, ਠੀਕ ਹੈ। ਸੋ ਪ੍ਰੈਜੈਂਟੇਸ਼ਨ ਲੇਅਰ ਸੈਂਡਰ ਸਾਈਡ 'ਤੇ ਵੀ ਹੋਏਗੀ, ਰਿਸੀਵਰ ਸਾਈਡ 'ਤੇ ਵੀ ਹੋਏਗੀ। ਅਗਰ ਸੈਂਡਰ ਸਾਈਡ 'ਤੇ ਡੇਟਾ ਇਨਕ੍ਰਿਪਟ ਹੋ ਰਿਹਾ ਪ੍ਰੈਜੈਂਟੇਸ਼ਨ ਲੇਅਰ ਦੇ ਥਰੂ, ਸੋ ਰਿਸੀਵਰ ਸਾਈਡ 'ਤੇ ਕੀ ਹੋਏਗਾ ਉਸਨੂੰ ਡਿਕ੍ਰਿਪਟ ਕਰਿਆ ਜਾਏਗਾ। ਓਕੇ, ਸੋ ਅਗਰ ਸੈਂਡਰ ਸਾਈਡ 'ਤੇ ਡੇਟਾ ਨੂੰ ਕੰਪਰੈਸ ਕਰਿਆ ਜਾ ਰਿਹਾ ਹੈ, ਸੋ ਰਿਸੀਵਰ ਸਾਈਡ 'ਤੇ ਕੀ ਹੋਏਗਾ ਡੇਟਾ ਨੂੰ ਐਕਸਟਰੈਕਟ ਕਰਿਆ ਜਾਏਗਾ। ਸੋ ਇਸ ਦੀ ਰਾਈਟ ਆਪਸ਼ਨ ਕੀ ਬਣ ਰਹੀ ਹੈ ਗਾइस, ਆਪਸ਼ਨ ਨੰਬਰ ਡੀ। ਸੋ ਨੈਕਸਟ ਹੈ फायरवॉल आर यूज टू प्रोटेक्ट अगेंस्ट। सो बेसिकली जो फायरवॉल है उसनों क्यों यूज़ करते हैं आप, अनऑथराइज अटैक तो प्रोटेक्ट करने लिए, वायरस अटैक तो प्रोटेक्ट करते हैं, डेटा ड्रिवन अटैक तो प्रोटेक्ट करते हैं, या फायर अटैक तो, और नन ऑफ दीज। सो थोनों फंक्शनैलिटीज़ करवाइया सीगी, इसकी बेसिक थोनों एक्सप्लेनेशन दी सीगी, इसकी वर्किंग दी भी। सो दी राइट ऑप्शन की होएगी, 5 सेकेंड्स है गाइज। सो इसकी राइट ऑप्शन है कि कोई भी फायरवॉल जब ਹੁੰਦਾ ਹੈ ਬੇਸਿਕਲੀ ਦੋ ਨੈਟਵਰਕ ਦੇ ਵਿੱਚ ਜਦੋਂ ਆਪਾਂ ਸੈਂਡ ਕਰਦੇ ਹਾਂ ਡੇਟਾ, ਸੋ ਬੇਸਿਕਲੀ ਕੀ ਹੁੰਦਾ ਅਨਆਥੋਰਾਈਜ਼ਡ ਜੋ ਪਰਸਨ ਹੈ ਉਸ ਤੋਂ ਅਟੈਕ ਤੋਂ ਪ੍ਰੀਵੈਂਟ ਕਰਨ ਲਈ, ਪ੍ਰੋਟੈਕਟ ਕਰਨ ਲਈ ਆਪਾਂ ਫਾਇਰਵॉल ਯੂਜ਼ ਕਰਦੇ ਹਾਂ। ਓਕੇ, ਸੋ ਆਪਸ਼ਨ ਨੰਬਰ ਕੀ ਬਣ ਰਹੀ ਹੈ ਉਰੇ ਏ। ਸੋ ਨੈਕਸਟ ਕੁਐਸਚਨ ਹੈ ਦ ਮੇਨ ਰੀਜ਼ਨ ਟੂ ਇਨਕ੍ਰਿਪਟ ਏ ਫਾਈਲ ਇਜ਼ ਟੂ। ਸੋ ਆਪਾਂ ਇਨਕ੍ਰਿਪਟ ਕਰਦੇ ਹੀ ਕਿਉਂ ਹਾਂ ਫਾਈਲ ਨੂੰ, ਉਸਦਾ ਸਾਈਜ਼ ਰਿਡਿਊਸ ਹੋ ਜਾਏ ਇਸ ਲਈ, ਜਾਂ ਫਿਰ ट्रांसमिशन करनी है वो सिक्योरली हो जाए, या फिर बैकअप पर्पज़ के लिए करते हैं, या फिर नन ऑफ दिस। दसो की हो सकता। सो ये राइट ऑप्शन की होएगी कि आप सिक्योर करते हैं डेटा नू। ओके, सो जब अपना डेटा नैटवर्क दे विच ट्रांसमिशन हो रही है उसकी, सो ट्रांसमिशन दे विच बेसिकली की होएगा कि वो इनक्रिप्टेड फॉर्म दे विच जाएगा, लाइक प्लेन टैक्सट दे विच वो ट्रैवल नहीं करेगा डेटा अपना नैटवर्क के उपर, वो की करेगा इनक्रिप्टेड फॉर्म दे साइफर टैक्स, उसके उपर बहुत सारी कीज़ लगिया होंगे, ठीक है। सो जो अनऑथराइज पर्सन है उसनों डेटा समझ नहीं आएगा। ओके, सो इस राइट ऑप्शन की बन रही है सिक्योर इट फॉर ट्रांसमिशन। नेक्स्ट है फर्स्ट बूट सेक्टर वायरस इज़। सो जो अपना बूट सेक्टर वायरस सीगा थोड़ा मैं दसे सीगे, जो वायरस है हमेशा बूट सेक्टर ते ही ऑलवेज उस ते ही अटैक करते हैं,
ठीक है। सो इसਦੇ ਵਿੱਚ ਕੀ ਹਿਊਮਨ ਦੀ ਇੰਟਰਵੈਂਸ਼ਨ ਨਹੀਂ ਹੁੰਦੀ, ਯੂਜ਼ਰ ਇੰਟਰਵੈਂਸ਼ਨ। ਸੋ ਕੀ ਹੋ ਸਕਦਾ ਫਸਟ ਬੂਟ ਸੈਕਟਰ ਵਾਇਰਸ? ਕੰਪਿਊਟਡ, ਮਾਈਂਡ, ਬ੍ਰੇਨ, ਐਲਕਲੋਨਰ ਔਰ ਨਨ ਆਫ these? ਆਪਾਂ ਗਾइस ਕਰ ਚੁੱਕੇ हैं क्वेश्चन। सो इज द राइट ऑप्शन है सी ऑप्शन, दैट इज ब्रेन। ओके, सो नेक्स्ट है, इजी है गाइस। ए हैकर कॉन्टैक्ट योर फोन और ईमेल एंड अटेम्प्ट्स टू एक्वायर योर पासवर्ड इज कॉल्ड। सो जो हैकर है बेसिकली ਉਹ ਕੀ ਕਰਦਾ ਹੈ, ਆਪਣਾ ਜੋ ਪਾਸਵਰਡ ਹੈ ਉਸਨੂੰ ਐਕਸੈਸ ਕਰਨ ਦੇ ਲਈ ਫੋਨ 'ਚ ਐਂਟਰ ਕਰਦਾ ਹੈ ਥਰੂ ਈਮੇਲ। ਸੋ ਉਸਨੂੰ ਕੀ ਕਹਾਂਗੇ ਆਪਾਂ? ਜੋ ਈਮੇਲਸ ਦੇ ਥਰੂ ਅਟੈਕ ਕਰਦੇ ਆ ਆਪਣੀ ਐਂਡ ਆਪਣੀ ਇਨਫੋਰਮੇਸ਼ਨ ਗੈਦਰਿੰਗ ਕਰਦੇ ਆ। ਸੋ ਫਸਟ ਆਪਸ਼ਨ ਹੈ ਸਪੂਫਿੰਗ, ਫਿਸ਼ਿੰਗ, ਸਪੈਮਿੰਗ ਔਰ ਨਨ। ਸੋ ਗਾਇਸ ਤੁਸੀਂ ਉਰੇ ਕਨਫਿਊਜ਼ ਹੋ ਸਕਦੇ ਹੋ ਸਪੈਮਿੰਗ ਦੇ ਵਿੱਚ। ਸੋ ਸਪੈਮਿੰਗ ਇਜ਼ ਦੀ ਰਾਈਟ ਆਪਸ਼ਨ ਨਹੀਂ ਹੈ। ਓਕੇ, ਸੋ ਸਪੈਮਿੰਗ ਐਂਡ ਫਿਸ਼ਿੰਗ ਦੇ ਵਿੱਚ ਡਿਫਰੈਂਸ ਕੀ ਹੈ? सो अपनी राइट ऑप्शन उरे की बन रही है, दैट इज की बन रही है, फिशिंग बन रही है। ठीक है, सो राइट ऑप्शन तो अपनी फिशिंग है। सो कुछ स्टूडेंट ने प्रीवियस लेक्चर जब मैं क्वेश्चन कराए थे उदों भी उन्होंने की स्पैमिंग ही किया सीगा। सो स्पैमिंग दे विच की हुंदा है कि स्पैमिंग अपना कुछ अटैक नहीं कह सकते बेसिकली। स्पैमिंग दे विच की हुंदा है, अपनी अनवांटेड और अनसोलिसिटेड मेल्स हुंदी है, राइट। नो डाउट वो अनवांटेड मेल्स ही ਹੁੰਦੀਆਂ, बट गाइज दैट मेल वॉज लाइक प्रमोशनल मेल्स। ओके, वो एडवरटाइजमेंट ਹੁੰਦੀਆਂ, कुछ प्रमोशन ਹੁੰਦੀ ਹੈ ਉਹਦੇ ਵਿੱਚ बेसिकली। किसी ने कुछ बिजनेस करिਆ, जो कोई भी कुछ भी ओपनिंग है, कुछ भी एनीथिंग एनी काइंड ऑफ मेल हो सकती है, बट वो की प्रमोशनल मेल ਹੁੰਦੀ, ਉਸ ਦੇ ਵਿੱਚ ਐਡਵਰਟਾਈਜ਼ਮੈਂਟ ਹੁੰਦੀ ਹੈ। ਸੋ ਉਹ ਹਾਰਮ ਨਹੀਂ ਹੁੰਦਾ। ਓਕੇ, ਸੋ ਉਸਨੂੰ ਬੇਸਿਕਲੀ ਆਪਾਂ ਅਟੈਕ ਨਹੀਂ ਕਹਿ ਸਕਦੇ। ਐਂਡ ਫਿਸ਼ਿੰਗ ਮੇਲਸ ਬੇਸਿਕਲੀ ਕੀ ਹੁੰਦੇ ਆ? ਸੋ ਉਹ ਐਡਵਰਟਾਈਜ਼ਮੈਂਟ ਹੈ, ਉਸ ਦੇ ਵਿੱਚ ਆਪਣਾ ਪਾਸਵਰਡ ਤੋਂ ਲੈਣ ਦਾ ਕੋਈ ਸੀਨ ਹੀ ਨਹੀਂ ਹੈਗਾ। ਓਕੇ, ਸੋ ਫਿਸ਼ਿੰਗ ਦੇ ਵਿੱਚ ਕੀ ਹੈ? ਫਿਸ਼ਿੰਗ ਦੇ ਵਿੱਚ ਉਹ ਕੀ ਫਿਸ਼ਰੀ ਮੇਲਸ ਆਪਾਂ ਨੂੰ ਸੈਂਡ ਕਰਦੇ ਆ। ਲਾਈਕ ਕੁਛ ਵੀ ਫਰੋਡ ਹੋਏਗਾ, ਤੁਸੀਂ ਸਾਈਨ ਅਪ ਕਰੋ, ਤੁਹਾਨੂੰ ਕੁਛ ਵੀ ਲਗਾ ਸਕਦਾ ਤੁਹਾਨੂੰ ਇੱਦਾਂ ਕਰਕੇ। ਲਾਈਕ ਤੁਸੀਂ ਸਾਈਨ ਅਪ ਕਰੋ ਐਂਡ ਤੁਸੀਂ ਪਰਟੀਕੂਲਰ ਅਗਰ ਜੋਬ ਲੈਣੀ ਹੈ ਤਾਂ ਉਸਦੇ ਲਈ ਤੁਹਾਨੂੰ ਪਹਿਲੇ ਸਾਈਨ ਅਪ ਕਰਨਾ ਪਏਗਾ, ਦੈਨ ਆਪਣਾ ਰਿਜ਼ਿਊਮ ਸੈਂਡ ਕਰਨਾ ਪਏਗਾ ਐਂਡ ਈਮੇਲ ਆਈਡੀ ਔਰ ਪਾਸਵਰਡ ਵਗੈਰਾ ਵਗੈਰਾ ਤੁਹਾਨੂੰ ਕਰਨਾ ਪਏਗਾ। ਓਕੇ, ਸੋ ਕੁਛ ਵੀ ਪਰਟੀਕੂਲਰ ਕਾਲਮਸ ਹੋ ਸਕਦੇ ਤੁਹਾਨੂੰ ਫਿਲਅਪ ਕਰਨੇ ਪੈਣਗੇ। ਸੋ ਬੇਸਿਕਲੀ ਜਦ ਆਪਾਂ ਜਦ ਆਪਣਾ ਸਾਰਾ ਆਪਣਾ ਡੇਟਾ ਐਂਟਰ ਕਰਦੇ ਹਾਂ ਐਂਡ ਸਬਮਿਟ ਕਰਦੇ ਤਾਂ ਉਸ ਤੋਂ ਬਾਅਦ ਕੁਛ ਹੁੰਦਾ ਨਹੀਂ ਹੈ। ਜਸਟ ਆਪਾਂ ਨੂੰ 1-2 ਪੇਜਿਸ ਹੋਣਗੇ ਐਂਡ ਕੋਈ ਵੀ ਜੋਬ ਦੀ ਰਿਕਰੂਟਮੈਂਟ ਦੀ ਡਿਟੇਲ ਨਹੀਂ ਹੁੰਦੀ। ਓਕੇ, ਸੋ ਇੱਦਾਂ ਬਹੁਤ ਵਾਰ ਕੀਤਾ ਜਾਂਦਾ ਹੈ। ਸੋ ਬੇਸਿਕਲੀ ਉਹ ਕਹਿੰਦਾ ਫਿਸ਼ਰੀ ਮੇਲਸ ਹੁੰਦੀ ਹੈ। ਸੋ ਮੇਲਸ ਦੇ ਥਰੂ ਕਿ ਆਪਣਾ ਆਈਡੀ ਔਰ ਪਾਸਵਰਡ ਜੋ ਹੈ ਉਹ ਐਕਸੈਸ ਕਰ ਲੈਂਦੇ ਆ। ਸੋ ਫਿਸ਼ਿੰਗ ਐਂਡ ਸਪੈਮਿੰਗ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਓਕੇ, ਸੋ ਇਜ਼ ਰਾਈਟ ਆਪਸ਼ਨ ਹੈ ਫਿਸ਼ਿੰਗ। ਨੈਕਸਟ ਹੈ ਵਿਚ ਵਾਇਰਸ ਸਪ੍ਰੈਡ ਇਨ ਐਪਲੀਕੇਸ਼ਨ ਸੌਫਟਵੇਅਰ। ਓਹੋ, ਸੋ ਵਿਚ ਵਾਇਰਸ ਸਪ੍ਰੈਡ ਇਨ ਐਪਲੀਕੇਸ਼ਨ ਸੌਫਟਵੇਅਰ ਕੀ ਹੈ? ਮੈਕਰੋ ਵਾਇਰਸ, ਬੂਟ ਵਾਇਰਸ, ਫਾइल ਵਾਇਰਸ ਔਰ ਐਂਟੀਵਾਇਰਸ। ਸੋ ਕੀ ਹੋ ਸਕਦਾ? सो इज राइट ऑप्शन है मैक्रो वायरस। ओके, सॉरी गाइज इसका आंसर पहले ही शो हो गया सीगा। सो नेक्स्ट है विच ऑफ द फॉलोइंग इज द प्रोग्राम कैपेबल ऑफ कंटिन्यूली रेप्लीकेटिंग विद लिटल और नो यूजर इंटरवेंशन। सो अगर जो लैक्चर में बहुत ध्यान नाल सुन रहे थे मैं ऑलरेडी थोड़ा एक्सप्लेन कर चुकी सी ऊपर। सो ये राइट ऑप्शन की हो सकती है जिस दे विच जो इटसैल्फ नू रैप्लीकेट भी कर रहा है एंड लिटल और नो यूजर इंटरवेंशन। ऑप्शन है वायरस, ट्रोजन हॉर्स, रूट किट और ऑल ऑफ द अबव। दसो की हो सकता है? सो बेसिकली किसका टॉपिक है? सो यह नैटवर्क सिक्योरिटी जो वन लाइनर के थ्रू आप टर्मीनोलॉजीज करिया सीगियां। ओके, सो इज द राइट ऑप्शन है वायरस। सो वायरस ही है जिस दे थ्रू की है ਇਹ ਇੱਕ ਵਾਇਰਸ ਤੋਂ ਗਾਂ ਦੀ ਗਾਂ ਕੀ ਕਰੇਗਾ? ਕਾਪੀ ਕਰਦਾ ਜਾਏਗਾ। ਓਕੇ, ਰੈਪਲੀਕੇਟਿੰਗ ਇਟਸੈਲਫ ਐਂਡ ਇਹ ਕਿਸ 'ਤੇ ਅਟੈਕ ਕਰਦਾ ਹੈ? ਬੂਟ ਸੈਕਟਰ ਕਰਦਾ ਹੈ ਐਂਡ ਇਸ ਦੇ ਵਿੱਚ ਯੂਜ਼ਰ ਦੀ ਕੋਈ ਇੰਟਰਵੈਂਸ਼ਨ ਨਹੀਂ ਹੁੰਦੀ। ਬੇਸਿਕਲੀ ਜਦ ਇਹ ਬੂਟ ਸੈਕਟਰ 'ਤੇ ਅਟੈਕ ਕਰਦਾ ਹੈ ਤਾਂ ਆਪਣਾ ਬੂਟਿੰਗ ਪ੍ਰੋਸੈਸ ਕੀ ਹੋ ਜਾਂਦਾ? ਸਲੋ ਡਾਊਨ ਹੋ ਜਾਂਦਾ ਜਾਂ ਬਿਲਕੁਲ ਹੀ ਸਟਾਪ ਹੋ ਜਾਂਦਾ ਹੈ। ਤਾਂ ਉਸ ਦੇ ਨਾਲ ਕੀ ਹੁੰਦਾ? ਆਪਣਾ PC ਬਿਲਕੁਲ ਵੀ ਸਟਾਰਟ ਨਹੀਂ ਹੁੰਦਾ। ਸੋ ਟਰੋਜਨ ਹੌਰਸ ਕੀ ਹੈ? ਉਹ ਰੈਪਲੀਕੇਟਿੰਗ ਨਹੀਂ ਕਰਦਾ ਐਂਡ ਰੂਟ ਕਿਟ ਕੀ ਸੀਗੇ? ਰੂਟ ਕਿਟ ਦੇ ਵਿੱਚ ਸੀਗਾ ਕੋਈ ਯੂਜ਼ਰ ਦੀ
ਐਡਮਿਨਿਸਟ੍ਰੇਸ਼ਨ ਐਕਸੈਸ ਲੈਣੀ ਅਗਰ ਆਪਾਂ ਓਕੇ, ਅਗਰ ਯੂਜ਼ਰ ਦੀ ਐਡਮਿਨਿਸਟ੍ਰੇਸ਼ਨ ਐਕਸੈਸ ਨੂੰ ਆਪਾਂ ਕਰਨਾ ਹੈ ਦੈਨ ਕੀ ਰੂਟ ਕਿਟ ਹੁੰਦਾ ਹੈ। ਇਹ ਇੱਕ ਟਾਈਪ ਦਾ ਅਟੈਕ ਹੈ ਜੋ ਵਾਇਰਸ ਹੈ। ਸੋ ਬੇਸਿਕਲੀ ਕਿ ਉਸਦੀ ਐਡਮਿਨਿਸਟ੍ਰੇਸ਼ਨ ਔਰ ਰੂਟ ਦੇ ਉੱਪਰ ਅਟੈਕ ਕਰਦਾ ਹੈ ਓਕੇ। ਲਾਈਕ ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ, ਵਿੰਡੋ ਦੇ ਵਿੱਚ ਅਗਰ ਆਪਾਂ ਅਕਾਊਂਟਸ ਕ੍ਰੀਏਟ ਕਰਨੇ ਹੈ, ਐਡਮਿਨਿਸਟ੍ਰੇਸ਼ਨ ਹੁੰਦਾ ਹੈ, ਯੂਜ਼ਰ ਹੁੰਦਾ ਹੈ, ਸਟੂਡੈਂਟ ਹੁੰਦਾ ਹੈ, ਵਰਕ ਹੁੰਦਾ ਹੈ, ਉਹ ਹੋਮ ਵਾਲਾ ਹੁੰਦਾ ਹੈ, ਠੀਕ ਹੈ। ਸੋ ਇੱਦਾਂ ਦਾ ਕਰਕੇ ਪਰਟੀਕੂਲਰ ਆਪਾਂ ਐਨੀ ਨੰਬਰ ਆਫ ਆਪਾਂ ਯੂਜ਼ਰਸ ਦੇ ਅਕਾਊਂਟ ਕ੍ਰੀਏਟ ਕਰ ਸਕਦੇ ਹਾਂ ਓਕੇ। ਸੋ ਆਈ ਥਿੰਕ ਤੁਹਾਨੂੰ ਆਪਸ਼ਨਸ ਵੀ ਕਲੀਅਰ ਹੋ ਗਿਆ ਹੋਣਗੀਆਂ। ਸੋ ਇਹਦੀ ਰਾਈਟ ਆਪਸ਼ਨ ਹੈ ਏ, ਵਾਇਰਸ। ਨੈਕਸਟ ਗਾਈਜ਼, what is the software called which when get downloaded on computer scan your hard disk for personal information and your internet browsing habits? ਬਹੁਤ ਵਾਰ ਆਪਾਂ ਕਰ ਚੁੱਕੇ ਹਾਂ। ਸੋ ਕੀ ਹੋਏਗੀ ਸੀ ਆਪਸ਼ਨ ਕਿ ਜਿਸ ਦੇ ਵਿੱਚ ਉਹ ਹਾਰਡ ਡਿਸਕ ਨੂੰ ਸਕੈਨ ਕਰੇਗਾ ਐਂਡ ਆਪਣੀ ਪਰਸਨਲ ਇਨਫੋਰਮੇਸ਼ਨ ਐਂਡ ਇੰਟਰਨੈਟ ਬਰਾਊਜ਼ਿੰਗ ਹੈਬਿਟਸ ਨੂੰ ਕੈਪਚਰ ਕਰੇਗਾ। ਸੋ ਫਸਟ ਆਪਸ਼ਨ ਹੈ ਬੈਕਡੋਰਸ, ਕੀਲੋਗਰਸ, ਮਾਲਵੇਅਰ, ਐਂਟੀਵਾਇਰ ਐਂਡ ਸਪਾਈਵੇਅਰ। ਸੋ ਬੈਕਡੋਰਸ ਕੀ ਹੁੰਦੇ ਸੀਗੇ? ਹਰੀ ਗਾਈਜ਼ ਇਸ ਦਾ ਆਨਸਰ ਕਰੋ। ਸੋ ਬੈਕਡੋਰ ਕੀ ਸੀਗੇ? ਕੋਈ ਵੀ ਵੈਬਸਾਈਟ ਹੈ ਅਗਰ ਉਸਦਾ ਅਥੈਂਟੀਕੇਸ਼ਨ ਪ੍ਰੋਸੀਜਰ ਹੈ ਉਸਨੂੰ ਕੀ ਕਰੇਗਾ, ਉਹ ਬਾਈਪਾਸ ਕਰਕੇ ਡਾਇਰੈਕਟ ਵੈਬਸਾਈਟ 'ਤੇ ਵਿਜ਼ਿਟ ਕਰੇਗਾ, ਠੀਕ ਹੈ। ਸੋ ਸੈਕਿੰਡ ਸੀਗਾ ਕੀ ਲੋਗਰ, ਜਿਹਨੂੰ ਕੀ ਸਟ੍ਰੋਕਿੰਗ ਵੀ ਕਿਹਾ ਜਾਂਦਾ ਸੀਗਾ ਜਾਂ ਫਿਰ ਕੀਬੋਰਡ ਮੋਨੀਟਰਿੰਗ ਕਰਦਾ ਸੀਗਾ। ਸੋ ਜੋ ਵੀ ਕੀ ਆਪਾਂ ਸਟ੍ਰਕ ਕਰ ਰਹੇ ਹਾਂ ਸੋ ਕੀ ਕਰਦਾ ਅਟੈਕਰ ਜੋ ਕੀ ਲੋਗਰ ਹੈ ਉਹ ਬੇਸਿਕਲੀ ਕੀ ਕਰੇਗਾ, ਉਸਦੀ ਕੀਜ਼ ਨੂੰ ਕੀ ਹੈ ਮੋਨੀਟਰ ਕਰੇਗਾ ਕਿ ਆਪਾਂ ਕੀ ਐਂਟਰ ਕਰ ਰਹੇ ਹਾਂ। ਮਾਲਵੇਅਰ ਕੀ ਹੈ? ਕੋਈ ਵੀ ਮੈਲੀਸ਼ੀਅਸ ਪ੍ਰੋਗਰਾਮ ਹੋ ਸਕਦਾ ਹੈ, ਵਾਇਰਸ, ਟਰੋਜਨ ਹੋਰਸ, ਠੀਕ ਹੈ। ਸੋ ਲੌਜਿਕ ਬੌਮ ਕੁਝ ਵੀ ਹੋ ਸਕਦਾ ਹੈ। ਐਂਟੀਵੇਅਰ ਕੀ ਹੈ? ਕੁਝ ਵੀ ਨਹੀਂ ਹੈ। ਐਂਡ ਸਪਾਈਵੇਅਰ ਕੀ ਆਪਣੀ ਰਾਈਟ ਆਪਸ਼ਨ ਹੈ। ਸੋ ਬੇਸਿਕਲੀ ਕੀ ਹੁੰਦਾ ਸਪਾਈਵੇਅਰ ਦੇ ਵਿੱਚ ਕਿ ਉਹ ਆਪਣੀ ਜੋ ਵੀ ਆਪਣੀ ਇਨਫੋਰਮੇਸ਼ਨ ਹੈ ਜਾਂ ਫਿਰ ਆਪਣੀ ਬਰਾਊਜ਼ਿੰਗ ਦੀਆਂ ਹੈਬਿਟਸ ਨੇ ਸੋ ਉਸਨੂੰ ਕੀ ਕਰਦਾ ਹੈ, ਕੈਪਚਰ ਕਰਦਾ ਹੈ ਓਕੇ। ਸੋ ਇਜ਼ ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਈ। ਨੈਕਸਟ ਕੁਐਸਚਨ ਗਾਈਜ਼, with the help of malware after controlling the PC threat the victim is called। ਸੋ ਜਦ PC ਤੇ ਕੰਟਰੋਲ ਕਰ ਦਿੱਤਾ ਜਾਂਦਾ ਹੈ ਦੈਨ ਯੂਜ਼ਰ ਨੂੰ ਕੀ ਹੈ, ਵਿਕਟਿਮ ਨੂੰ ਥ੍ਰੈਟਨਿੰਗ ਕਰੀ ਜਾਂਦੀ ਹੈ। ਸੋ ਕਿਸ ਦੇ ਵਿੱਚ ਹੁੰਦੀ ਹੈ? ਮਾਲਵੇਅਰ ਵਿੱਚ ਹੁੰਦੀ ਹੈ, ਸਪਾਈਵੇਅਰ, ਐਡਵੇਅਰ ਔਰ ਰੈਨਸਮਵੇਅਰ। 5 ਸੈਕਿੰਡ ਗਾਈਜ਼। ਸੋ ਗਾਈਜ਼ ਇਸ ਦੇ ਨਾਲ ਤੁਹਾਡੀ ਪ੍ਰੈਕਟਿਸ ਵੀ ਹੋ ਰਹੀ ਹੈ ਐਂਡ ਜੋ ਤੁਹਾਡਾ ਡਾਊਟ ਸੀ ਉਹ ਕਲੀਅਰ ਵੀ ਹੋ ਜਾਏਗਾ ਐਂਡ ਤੁਹਾਡਾ ਕੀ ਹੈ ਪਰਫੋਰਮੈਂਸ ਮੈਜਰ ਵੀ ਹੋ ਜਾਏਗੀ, ਠੀਕ ਹੈ। ਸੋ ਗਾਈਜ਼ ਐਜ਼ ਯੂ ਆਲ ਨੋ ਕਿ ਪਟਵਾਰੀ ਐਗਜ਼ਾਮ ਦੇ ਵਿੱਚ ਕੀ 15 ਮਾਰਕਸ ਦੇ ਆਪਣੇ ਕੋਲ ਕੁਐਸਚਨਸ ਆਉਣਗੇ ਓਕੇ। 15 ਮਾਰਕਸ ਦਾ ਇਸ ਦੀ ਵੇਟੇਜ ਹੈ। ਸੋ ਤੁਸੀਂ ਬਿਲਕੁਲ ਵੀ ਇਸ ਨੂੰ ਇਗਨੋਰ ਨਹੀਂ ਕਰਨਾ ਹੈ। ਬਹੁਤ ਇੰਪੋਰਟੈਂਟ ਟੌਪਿਕਸ ਹੈ ਕੰਪਿਊਟਰ ਨੈਟਵਰਕ ਦੇ। ਬੇਸਿਕਲੀ 4 to 5 ਆਪਣੇ ਫਰਦਰ ਚੈਪਟਰਸ ਬਣਦੇ ਆ। ਸੋ ਬੇਸਿਕਲੀ ਆਪਾਂ ਸਾਰੇ ਕਵਰ ਕਰਾਂਗੇ, ਦੈਟ ਇਜ਼ ਬੇਸਿਕ ਟੂ ਹਾਈ, ਆਪਾਂ ਮਿਕਸ ਹੀ ਚੱਲ ਰਹੇ ਲੈ ਕੇ। ਸੋ ਐਜ਼ ਯੂ ਆਲ ਨੋ ਕਿ ਪ੍ਰੀਵੀਅਸ ਅਗਰ ਆਪਾਂ ਐਗਜ਼ਾਮ ਦੇਖੀਏ ਤਾਂ ਉਸਦੇ ਵਿੱਚ ਕੰਪਿਊਟਰ ਬਹੁਤ ਟ੍ਰਿਕੀ ਜਾਂ ਮੋਡਰੇਟ ਲੈਵਲ ਦਾ ਕਹਿ ਸਕਦੇ ਹਾਂ। ਬਟ ਸਿਲੇਬਸ ਦੇ ਵਿੱਚ ਕੀ ਮੈਂਸ਼ਨ ਹੈ, ਆਪਣੇ ਕੋਲ ਬੇਸਿਕਸ ਹੀ ਮੈਂਸ਼ਨ ਹੈ। ਸੋ ਆਪਾਂ ਦੋਨੋਂ ਫੈਕਟਸ ਨੂੰ ਇਗਨੋਰ ਨਹੀਂ ਕਰ ਸਕਦੇ, ਆਪਾਂ ਬੇਸਿਕਸ ਵੀ ਕਵਰ ਕਰਾਂਗੇ ਐਂਡ ਮੋਡਰੇਟ ਲੈਵਲ ਵੀ ਕਵਰ ਕਰਦੇ ਚੱਲਾਂਗੇ, ਠੀਕ ਹੈ ਜੀ। ਸੋ ਇਸਦਾ ਆਨਸਰ ਦੱਸੋ ਕੀ ਹੋ ਸਕਦਾ ਹੈ? ਸੋ ਇਸਦੀ ਰਾਈਟ ਆਪਸ਼ਨ ਹੈ ਰੈਨਸਮਵੇਅਰ ਓਕੇ। ਸੋ ਰੈਨਸਮਵੇਅਰ ਦੇ ਵਿੱਚ ਕੀ ਹੁੰਦਾ ਹੈ, ਜਦ ਵੀ ਕੋਈ PC ਅਟੈਕਰ ਹੈ PC 'ਤੇ ਕੰਟਰੋਲ ਕਰ ਲੈਂਦਾ ਹੈ ਐਂਡ ਵਿਕਟਿਮ ਪਰਸਨ ਨੂੰ ਥ੍ਰੈਟਨਿੰਗ ਕਰੀ ਜਾਂਦੇ ਕਿ ਸਾਨੂੰ ਕੁਝ ਪੇ ਆਫ ਕਰੋ, ਕੁਝ ਰੈਨਸਮ ਪੇ ਕਰੋ। ਸਪਾਈਵੇਅਰ ਕੀ ਸੀਗਾ? ਬਰਾਊਜ਼ਿੰਗ ਹੈਬਿਟ ਸੀਗੀਆਂ। ਐਡਵੇਅਰ ਕੀ ਸੀਗਾ? ਬੇਸਿਕਲੀ ਜੋ ਐਡਵਰਟਾਈਜ਼ਮੈਂਟ ਆਉਂਦੀ ਹੈ ਜਦ ਵੀ ਆਪਾਂ ਕੁਛ ਵੀ ਡਾਊਨਲੋਡਿੰਗ ਕਰਦੇ ਹਾਂ ਜਾਂ ਇੰਟਰਨੈਟ ਦੇ ਉੱਪਰ ਵੈਬਸਾਈਟ ਓਪਨ ਕਰਦੇ ਹਾਂ, ਠੀਕ ਹੈ। ਮਾਲਵੇਅਰ ਕੇ ਕੋਈ ਵੀ ਮੈਲੀਸ਼ੀਅਸ ਕੋਡ ਹੋ ਸਕਦਾ ਜਿਸ ਦੇ ਅਕੋਰਡਿੰਗ ਕਿ ਮੈਲੀਸ਼ੀਅਸ ਐਕਸ਼ਨ ਪਰਫੋਰਮ ਹੁੰਦਾ ਹੈ ਓਕੇ ਜੀ। ਸੋ ਨੈਕਸਟ ਹੈ what is the space between line of text called। ਸੋ ਇਹ ਬੇਸਿਕਲੀ ਮੈਂ ਆਈ ਥਿੰਕ ਫਸਟ ਜਾਂ ਸੈਕਿੰਡ ਲੈਕਚਰ ਸੀਗਾ ਮੇਰਾ, ਉਸ ਦੇ ਵਿੱਚ ਕਰਵਾਇਆ ਸੀਗਾ। ਮਿਸਲੀਨੀਅਸ ਟੌਪਿਕ ਹੈ। ਸੋ ਤੁਸੀਂ ਦੱਸੋ ਮੈਨੂੰ ਇਸਦਾ ਆਨਸਰ। ਸੋ ਮੈਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਕਰਵਾ ਚੁੱਕੀ ਹਾਂ ਗਾਈਜ਼ ਇਹ ਵਾਲਾ ਟੌਪਿਕ ਵੀ। ਸੋ ਬੇਸਿਕਲੀ ਇਹ ਕੀ ਹੈ, ਐਕਸਲ ਦੇ ਵਿੱਚ ਪੁੱਛਿਆ ਗਿਆ, ਸੌਰੀ MS ਵਰਡ ਦੇ ਵਿੱਚ ਪੁੱਛਿਆ ਗਿਆ। ਸੋ ਕੀ ਕਹਿ ਰਿਹਾ, ਜਦ ਵੀ ਆਪਾਂ ਲਾਈਨਸ ਹੁੰਦਾ ਸਪੇਸ ਜੋ ਲਾਈਨਸ ਹੈ, ਸੋ ਲਾਈਨਸ ਦੇ ਵਿਚਲੀ ਜੋ ਸਪੇਸ ਹੈ, ਠੀਕ ਹੈ, ਉਸਨੂੰ ਕੀ ਕਿਹਾ ਜਾਂਦਾ?
लीडिंग क्या है, ट्रैकिंग, स्पेसिंग और नन ऑफ दीज। 5 सेकेंड गाइज। सो इज द राइट ऑप्शन है बी, दैट इज ट्रैकिंग। सो गाइज जो भी ਆਪਾਂ ਪੈਰਾਗ੍ਰਾਫ ਸਪੋਜ਼ ਕਰਦੇ ਹਾਂ ਇਸ ਵਰਡ ਵਿੱਚ ਲਾਈਨਸ ਲਿਖੀਆਂ, ਠੀਕ ਹੈ। ਸੋ ਲਾਈਨ ਦੇ ਵਿੱਚ ਬੇਸਿਕਲੀ ਜੋ ਸਪੇਸ ਹੋਏਗੀ ਉਸਨੂੰ ਕੀ ਕਿਹਾ ਜਾਂਦਾ, ਟਰੈਕਿੰਗ ਕਿਹਾ ਜਾਂਦਾ ਹੈ। ਐਂਡ ਮੈਂ ਤੁਹਾਨੂੰ ਸਪੇਸਿੰਗ ਵੀ ਦੱਸਿਆ ਸੀਗਾ, ਜਦ ਦੋ ਵਰਡਸ ਹੈ, ਵਰਡਸ ਦੇ ਬਿਟਵੀਨ ਵਾਲੀ ਜੋ ਸਪੇਸ ਹੋਏਗੀ ਉਸਨੂੰ ਕੀ ਕਹਿੰਦਾ, ਸਪੇਸਿੰਗ ਕਿਹਾ ਜਾਂਦਾ। ਓਕੇ ਜੀ। ਸੋ ਨੈਕਸਟ ਚੱਲਦੇ ਹਾਂ। The most common addressing techniques employed by CPU is, ਇਮੀਡੀਏਟ ਹੋ ਸਕਦੀ ਹੈ, ਡਾਇਰੈਕਟ ਹੋ ਸਕਦੀ ਹੈ, ਇਨਡਾਇਰੈਕਟ ਹੋ ਸਕਦੀ ਜਾਂ ਫਿਰ ਰਜਿਸਟਰ ਹੋ ਸਕਦੀ ਹੈ। ਸੋ ਜਦ ਆਪਾਂ ਕੰਪਿਊਟਰ ਦੇ ਵਿੱਚ ਐਡਰੈਸਿੰਗ ਕਰਦੇ ਹਾਂ, ਬੇਸਿਕਲੀ ਜਦ ਡੇਟਾ ਸਟੋਰ ਹੁੰਦਾ ਹੈ ਨਾ ਗਾਈਜ਼, ਉਦੋਂ ਕੀ ਹੁੰਦਾ ਹੈ, ਆਪਣਾ ਡੇਟਾ ਮੈਮਰੀ ਦੇ ਵਿੱਚ ਸਟੋਰ ਹੋ ਰਿਹਾ ਹੈ ਸਪੋਜ਼, ਜੋ ਕਿ ਬਲੌਕਸ ਦੇ ਵਿੱਚ ਹੋਏਗਾ, ਠੀਕ ਹੈ। ਸੋ 8 ਬਾਈਟ ਦਾ ਸਪੋਜ਼ ਕਰੋ ਬਲੌਕ ਹੈ, ਠੀਕ ਹੈ। ਸੋ 8 ਬਾਈਟ ਦਾ ਬਲੌਕ ਹੈ ਆਪਣੇ ਕੋਲੇ। ਸੋ 8 ਬਲੌਕ ਦੇ ਵਿੱਚ ਕੀ ਹੈ, ਸਪੋਜ਼ ਇੱਦਾਂ ਦਾ ਕਰਕੇ ਬਲੌਕ ਹੈ। ਸੋ ਇਸ ਵਿੱਚ ਕੀ ਹੈ, ਡੇਟਾ ਸਟੋਰ ਹੋ ਰਿਹਾ ਹੈ। ਸੋ ਐਡਰੈਸਿੰਗ ਹੈ, ਸਪੋਜ਼ ਕਰੋ 1 1 1 ਆਪਾਂ ਸਟੋਰ ਕਰਨਾ ਹੈ, ਠੀਕ ਹੈ। ਸੋ ਕਿ 1 2 3 ਇੱਦਾਂ ਬਲੌਕ ਨੰਬਰ ਗਿਵਨ ਹੋਣਗੇ, ਠੀਕ ਹੈ ਜੀ। ਸੋ ਬਲੌਕ ਜਦ ਗਿਵਨ ਹੈ ਤਾਂ ਬੇਸਿਕਲੀ ਉਹ ਕਿੱਦਾਂ ਕਹਿ ਰਹੇ ਕਿ ਰਜਿਸਟਰ ਦੇ ਵਿੱਚ 0 1 ਅਗਰ ਸਟੋਰ ਕਰਨੀ ਹੈ ਤਾਂ 0 1 ਕਿਸ ਦੇ ਵਿੱਚ ਸਟੋਰ ਹੁੰਦੀ ਹੈ, ਬੇਸਿਕਲੀ ਰਜਿਸਟਰ ਦੇ ਵਿੱਚ ਹੀ ਸਟੋਰ ਹੁੰਦੀ ਹੈ ਗਾਈਸ। ਸੋ ਰਜਿਸਟਰ ਕੀ ਆਪਣੀ ਬਿਲਕੁਲ ਸਮੋਲ ਏਰੀਆ, ਬਫਰ ਏਰੀਆ ਹੁੰਦਾ ਜਿਸ ਦੇ ਵਿੱਚ ਆਪਾਂ ਜਦ ਕੈਲਕੂਲੇਸ਼ਨ ਕਰਦੇ ਹਾਂ ਜਾਂ ਡੇਟਾ ਸਟੋਰ ਕਰਦੇ ਹਾਂ ਤਾਂ ਰਜਿਸਟਰ ਦੇ ਥਰੂ ਹੀ ਹੁੰਦਾ ਹੈ, ਠੀਕ ਹੈ। ਸੋ ਇਹ ਬੇਸਿਕ ਹੈ, ਜੋ ਕਾਮਨ ਹੈ, ਜੋ ਯੂਜ਼ ਕਰਦੇ ਆ ਐਡਰੈਸਿੰਗ ਟੈਕਨੀਕ ਦੇ ਵਿੱਚ। ਬਟ ਇਹ ਵੀ 3 ਕੀ ਹੈ, ਉਸਦੀਆਂ ਟੈਕਨੀਕਸ ਹੀ ਹੈ ਗਾਈਸ। ਸੋ ਬੇਸਿਕਲੀ ਇਮੀਡੀਏਟ ਦੇ ਵਿੱਚ ਕੀ ਹੁੰਦਾ ਹੈ, ਆਪਾਂ ਅਗਰ 1 1 1 ਹੀ ਸਟੋਰ ਕਰਨਾ ਹੈ, ਸਪੋਜ਼ ਇਹ ਆਪਣਾ ਕੀ ਡੇਟਾ ਹੀ ਹੈ, ਤਾਂ ਡਾਇਰੈਕਟ ਅਗਰ ਬਲੌਕ ਦੇ ਵਿੱਚ ਸਟੋਰ ਕਰਨਾ ਤਾਂ 1 1 1 ਹੀ ਸਟੋਰ ਹੋਏਗਾ, ਠੀਕ ਹੈ। ਐਡਰੈਸ ਸਟੋਰ ਨਹੀਂ ਹੋਏਗਾ। ਡਾਇਰੈਕਟ ਦੇ ਵਿੱਚ ਕੀ ਹੈ, ਅਗਰ 1 1 1 ਬਲੌਕ ਨੰਬਰ 2 ਦੇ ਉੱਪਰ ਪਿਆ ਹੋਇਆ ਹੈ, ਰਾਈਟ ਹੈ। ਸੋ ਇਹ ਕੀ ਹੈ, ਡਾਇਰੈਕਟ ਕੇ ਉੱਪਰ ਇੱਥੇ 2 ਲਿਖ ਦੇਗਾ, ਦੈਟ ਮੀਨਸ ਡੇਟਾ ਦਾ ਐਡਰੈਸ ਸਟੋਰ ਕੀਤਾ ਹੈ, ਠੀਕ ਹੈ। ਸੋ ਅਗਰ ਇਨਡਾਇਰੈਕਟ ਦੀ ਗੱਲ ਕਰੀਏ, 2 ਦੇ ਵਿੱਚ ਇਹ ਕੀ 3 ਨੰਬਰ 'ਤੇ ਪਿਆ ਹੈ। ਸੋ ਡੇਟਾ ਦੇ ਐਡਰੈਸ ਦਾ ਐਡਰੈਸ ਜੋ ਹੋਏਗਾ ਉਹ ਕੀ ਇਨਡਾਇਰੈਕਟ ਦੇ ਵਿੱਚ ਜਾਂਦਾ ਹੈ। ਇਮੀਡੀਏਟ ਦੇ ਵਿੱਚ ਐਕਚੁਅਲ ਡੇਟਾ, ਡਾਇਰੈਕਟ ਦੇ ਵਿੱਚ ਕੀ ਹੈ, ਐਕਚੁਅਲ ਡੇਟਾ ਦਾ ਐਡਰੈਸ ਹੋਏਗਾ। ਐਂਡ ਇਨਡਾਇਰੈਕਟ ਦੇ ਵਿੱਚ ਕੀ ਹੋਏਗਾ, ਡੇਟਾ ਦੇ ਐਡਰੈਸ ਦਾ ਐਡਰੈਸ ਹੋਏਗਾ, ਓਕੇ। ਐਂਡ ਜੋ ਕਾਮਨ ਟੈਕਨੀਕਸ ਯੂਜ਼ ਕਰਦੇ ਆਪਾਂ ਉਹ ਕੀ ਰਜਿਸਟਰ ਹੁੰਦਾ, ਜੋ ਕਿ ਸਮੋਲ ਏਰੀਆ ਹੁੰਦਾ, ਬਫਰ ਏਰੀਆ ਹੁੰਦਾ, ਠੀਕ ਹੈ। ਸੋ ਬਹੁਤ ਫਾਸਟ ਐਕਸੈਸ ਦੇ ਵਿੱਚ ਆਪਾਂ ਯੂਜ਼ ਕਰ ਸਕਦੇ, ਇਸ ਦੀ ਸਪੀਡ ਬਹੁਤ ਫਾਸਟ ਹੁੰਦੀ ਹੈ ਡੇਟਾ ਐਕਸੈਸ ਕਰਨ ਦੀ, ਠੀਕ ਹੈ ਜੀ। ਸੋ ਨੈਕਸਟ ਹੈ, ਇੱਕ ਨੂਮੈਰੀਕਲ ਹੈ ਜੋ ਆਪਾਂ ਪ੍ਰੀਵੀਅਸ ਲੈਕਚਰ ਦੇ ਡਿਸਕਸ ਕਰਿਆ ਸੀਗਾ। ਸੋ ਕੀ ਕਹਿ ਰਿਹਾ, 1 ਐਗਜ਼ਾਬਾਈਟ ਇਜ਼ ਇਕੁਅਲਸ ਟੂ 1024 ਵਾਟ। ਸੋ ਇਹ ਕਿਸ ਦੇ ਇਕੁਅਲ ਹੋ ਸਕਦੀ ਹੈ। ਸੋ ਗਾਈਜ਼ ਇਹ ਸੀਰੀਜ਼ ਸੀਗੀ, ਮੈਂ ਤੁਹਾਨੂੰ ਕਰਵਾ ਚੁੱਕੀ ਹਾਂ ਆਲਰੇਡੀ। ਸੋ ਇਹ ਨੂਮੈਰੀਕਲ ਤੁਸੀਂ ਸੋਲਵ ਕਰੋ। ਸੋ ਇਸਦੀ ਆਪਸ਼ਨ ਹੈ ਗੀਗਾਬਾਈਟ, ਯੋਟਾਬਾਈਟ, ਪੈਟਾਬਾਈਟ ਔਰ ਐਗਜ਼ਾਬਾਈਟ। ਦੱਸੋ ਕੀ ਹੋ ਸਕਦੀ ਹੈ। ਸੋ ਜਿੱਦਾਂ ਲਿਖਿਆ ਹੋਇਆ 5 ਸੈਕਿੰਡਸ ਹੈ ਗਾਈਜ਼, ਹਰੀ ਅਪ। ਸੋ ਕੀ ਕਹਿ ਰਿਹਾ, 1 ਐਗਜ਼ਾਬਾਈਟ, 1 ਐਗਜ਼ਾਬਾਈਟ ਕਿਸ ਦੇ ਇਕੁਅਲ ਹੋਏਗੀ, 1024 ਕਿਸ ਦੇ ਇਕੁਅਲ ਹੋਏਗੀ, ਦੱਸੋ। ਸੋ ਇਹ ਐਗਜ਼ਾਬਾਈਟ ਕਿਸ ਦੇ ਇਕੁਅਲ ਹੋਏਗੀ, ਪੈਟਾਬਾਈਟ ਦੇ, ਠੀਕ ਹੈ। ਸੋ ਇਹ ਕੁਝ ਸੀਰੀਜ਼ ਸੀਗੀ, ਮੈਂ ਤੁਹਾਨੂੰ ਆਲਰੇਡੀ ਕਰਵਾ ਚੁੱਕੀ ਹਾਂ ਗਾਈਜ਼। ਸੋ ਸੀਰੀਜ਼ ਇੱਦਾਂ ਸੀਗੀ ਆਪਣੀ, KB ਹੈ, ਕਿਲੋਬਾਈਟ, ਮੈਗਾਬਾਈਟ, ਗੀਗਾਬਾਈਟ, ਟੈਰਾਬਾਈਟ, ਪੈਟਾਬਾਈਟ, ਐਗਜ਼ਾਬਾਈਟ, ਜ਼ੈਟਾਬਾਈਟ ਐਂਡ ਯੋਟਾਬਾਈਟ। ਸੋ ਉਹਨਾਂ ਕੀ ਪੁੱਛਿਆ ਸੀਗਾ, 1 ਐਗਜ਼ਾਬਾਈਟ। ਸੋ 1 ਐਗਜ਼ਾਬਾਈਟ ਕਿਸ ਦੇ ਇਕੁਅਲ ਹੋਏਗੀ, 1024 ਪੈਟਾਬਾਈਟ ਦੇ। ਸਿਮਿਲਰਲੀ ਅਗਰ ਟੈਰਾਬਾਈਟ ਦੀ ਗੱਲ ਕਰੀਏ, 1 ਟੈਰਾਬਾਈਟ ਕਿਸ ਦੀ ਇਕੁਅਲ ਹੋਏਗੀ, 1024 ਗੀਗਾਬਾਈਟ ਦੇ, ਠੀਕ ਹੈ ਜੀ। ਸੋ ਇਸ ਦੇ ਉੱਪਰ ਹੋਰ ਵੀ ਨੂਮੈਰੀਕਲਸ ਬਣਦੇ ਆ। ਸੋ ਇਹ ਨਹੀਂ, ਇਹ ਤਾਂ ਬਣਦੇ ਹੀ ਬਣਦੇ, ਇਸ ਤੋਂ ਇਲਾਵਾ ਹੋਰ ਵੀ ਨੂਮੈਰੀਕਲਸ ਹੈ ਕੰਪਿਊਟਰ ਨੈਟਵਰਕਸ ਦੇ ਵਿੱਚ, ਬਾਈਟਸ ਦੇ ਉੱਪਰ ਬੇਸਿਕਲੀ। ਸੋ ਡੈਫੀਨੇਟਲੀ ਆਪਾਂ ਅਪਕਮਿੰਗ ਸੈਸ਼ਨ ਦੇ ਵਿੱਚ ਕਵਰ ਕਰਾਂਗੇ। ਸੋ ਬਹੁਤ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਸੋ ਨੈਕਸਟ ਕੁਐਸਚਨ ਹੈ, ਕੈਸ਼ ਮੈਮਰੀ ਇਜ਼। ਸੋ ਗਾਈਜ਼ ਕੈਸ਼ ਮੈਮਰੀ ਆਪਾਂ ਯੂਜ਼ ਕਰਦੇ ਹਾਂ। ਸੋ ਬੇਸਿਕਲੀ ਇਸਦਾ ਪਰਪਸ ਕੀ ਹੁੰਦਾ, ਮੇਨ ਮੈਮਰੀ। ਮੇਨ ਮੈਮਰੀ ਤੋਂ ਪਹਿਲੇ ਕੀ ਕੈਸ਼ ਮੈਮਰੀ ਹੁੰਦੀ ਹੈ ਜੋ ਕਿ ਫਾਸਟ ਹੁੰਦੀ ਹੈ, ਠੀਕ ਹੈ ਗਾਈਜ਼। ਸੋ ਫਾਸਟ ਐਕਸੈਸ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ। ਅਗਰ ਡੇਟਾ ਨੇ ਕੁਝ ਵੀ ਇਨਪੁਟ ਕਰਿਆ, ਸੋ ਪਹਿਲੇ ਕੀ ਕੈਸ਼ ਮੈਮਰੀ ਦੇ ਵਿੱਚ ਚੈੱਕ ਕਰਿਆ ਜਾਏਗਾ। ਅਗਰ ਕੈਸ਼ ਮੈਮਰੀ ਦੇ ਵਿੱਚ ਅਵੇਲੇਬਲ ਹੈ
ਦੈਨ ਉਸ ਦੀ ਆਊਟਪੁੱਟ ਕੀ ਹੈ, ਯੂਜ਼ਰ ਨੂੰ ਪ੍ਰੋਵਾਈਡ ਕਰ ਦਿੱਤੀ ਜਾਏਗੀ। ਅਗਰ ਕੈਸ਼ ਮੈਮਰੀ ਦੇ ਵਿੱਚ ਅਵੇਲੇਬਲ ਨਹੀਂ ਹੈ ਦੈਨ ਉਹ ਕਿਸ ਦੇ ਕੋਲ ਜਾਏਗਾ, ਮੇਨ ਮੈਮਰੀ ਕੋਲ ਜਾਏਗਾ। ਮੇਨ ਮੈਮਰੀ ਤੋਂ ਦੈਨ ਯੂਜ਼ਰ ਨੂੰ ਆਊਟਪੁੱਟ ਕਰੀ ਜਾਏਗੀ। ਠੀਕ ਹੈ ਜੀ। ਸੋ ਨਾ ਕੀ ਪੁੱਛਿਆ, ਕੈਸ਼ ਮੈਮਰੀ ਹੈ ਉਸਦਾ ਕੰਪੇਅਰ ਕਰਿਆ ਗਿਆ ਮੇਨ ਮੈਮਰੀ ਦੇ ਨਾਲ। ਠੀਕ ਹੈ। ਸੋ ਕਹਿ ਰਹੇ ਕੈਸ਼ ਮੈਮਰੀ ਬਿਗਰ ਐਂਡ ਸਲੋਅਰ ਦੈਨ मेन मेमोरी है, बिगर एंड फास्टर देन मेन मेमोरी है, स्मॉलर एंड स्लोअर देन मेन मेमोरी है, और लास्ट ऑप्शन है स्मॉलर एंड फास्टर देन मेन मेमोरी है। सो एज यू ऑल नो कि कैश की ਹੁੰਦੀ ਹੈ ਬਹੁਤ ਸਮਾਲ ਹੁੰਦੀ ਹੈ। ਠੀਕ ਹੈ, ਸਾਈਜ਼ ਦੇ ਵਿੱਚ ਐਂਡ ਫਾਸਟਰ ਐਕਸੈਸ ਦਿੰਦੀ ਆ ਆਪਾਂ ਨੂੰ ਐਜ਼ ਕੰਪੇਅਰ ਟੂ ਮੇਨ ਮੈਮਰੀ। ਓਕੇ ਜੀ। ਸੋ ਇਸਦੀ ਰਾਈਟ ਆਪਸ਼ਨ ਕੀ ਬਣ ਰਹੀ ਹੈ, ਆਪਸ਼ਨ ਨੰਬਰ ਡੀ। ਸੋ ਅੱਜ ਦੀ ਸੀਰੀਜ਼ ਦਾ 21st ਕੁਐਸਚਨ ਹੈ 32-bit ਸਿਸਟਮ ਵਾਜ਼ ਨੋਨ ਐਜ਼ ਇੰਟਰਨੈਟ ਪ੍ਰੋਟੋਕੋਲ ਵਰਜ਼ਨ। ਸੋ ਤੁਹਾਨੂੰ ਮੈਂ ਕਰਵਾਇਆ ਸੀਗਾ IPv4 ਐਂਡ IPv6। ਦੱਸੋ। ਸੋ ਆਪਾਂ ਇਸ ਦੇ ਉੱਪਰ ਡਿਟੇਲ ਡਿਸਕਸ਼ਨ ਵੀ ਇੱਕ ਚੈਪਟਰ ਹੈ ਉਹ ਆਪਾਂ ਕਵਰ ਕਰਾਂਗੇ। ਸੋ ਕੀ ਹੋ ਸਕਦਾ ਹੈ, 4 ਹੋ ਸਕਦਾ ਵਰਜ਼ਨ ਇਸ ਦਾ, 5, 3 ਔਰ ਨਨ ਆਫ ਥੀਸ। ਸੋ ਓਬਵੀਅਸ ਹੈ IPv4 ਐਂਡ IPv6। ਠੀਕ ਹੈ। ਸੋ ਜੋ 32-bit ਸੀਗਾ ਉਹ ਕੀ ਸੀਗਾ, IP4 ਸੀਗਾ, ਐਂਡ ਜੋ 64 ਹੈ ਦੈਟ ਇਜ਼ IP6। ਠੀਕ ਹੈ ਜੀ। ਸੋ ਇਹ ਤੁਸੀਂ ਡੈਫੀਨੇਟਲੀ ਕਵਰ ਕਰ ਲੈਣਾ ਹੈ ਪੁਆਇੰਟ। ਸੋ ਨੈਕਸਟ ਕੁਐਸਚਨ, who among of the following considered as father of intelligence? सो 4 ऑप्शन है, दसो हरी अप, 5 seconds। चार्ल्स बैबेज, ली द फॉरेस्ट, ਜੋਹਨ ਮੈਕਾਰਥੇ ਐਂਡ JP ਇਕਟ। ਸੋ ਤੁਸੀਂ ਉਹਨਾਂ ਦੇ ਫਾਦਰ ਦੱਸੋ ਇਸ ਦੇ ਕੌਣ ਸੀਗੇ, AI ਦੇ। ਸੋ ਗਾਇਸ AI ਦੇ ਵਿੱਚ ਕੀ ਹੁੰਦਾ, AI ਦੇ ਵਿੱਚ ਕੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਹੈ। ਸੋ ਇਹ ਕਿ ਐਡਵਾਂਸ ਟੈਕਨੋਲੋਜੀ ਹੈ, 5th ਜਨਰੇਸ਼ਨ ਦੇ ਵਿੱਚ ਬੇਸਿਕਲੀ ਯੂਜ਼ ਹੋਣੀ ਸਟਾਰਟ ਹੋ ਗਈ ਸੀਗੀ। ਸੋ ਅੱਜ ਕੱਲ੍ਹ ਦੇ ਟਾਈਮ 'ਤੇ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਯੂਜ਼ ਹੋ ਰਹੀ ਹੈ। ਸੋ ਗਾਈਜ਼ ਇਹਦੀ ਰੀਅਲ ਅਗਰ ਐਗਜ਼ਾਮਪਲ ਦੇਖੀਏ ਤਾਂ ਰੋਬੋਟਸ ਦਾ ਬਹੁਤ ਕਾਮਨ ਐਗਜ਼ਾਮਪਲ ਹੈ ਹੀ। ਸੋ ਜਿੱਦਾਂ ਕਿ ਤੁਸੀਂ ਦੇਖਿਆ ਹੋਏਗਾ, ਅਗਰ AC ਦੀ ਐਗਜ਼ਾਮਪਲ ਲਈਏ ਕਿ ਆਪਾਂ ਆਪਣੇ ਫੋਨ ਤੋਂ ਹੀ ਸੈੱਟ ਕਰ ਸਕਦੇ ਕਿ ਹੁਣ ਸਾਡੇ AC ਦਾ ਪਾਵਰ ਔਨ ਹੋ ਜਾਏ ਐਂਡ ਇੰਨੇ ਟਾਈਮ ਬਾਅਦ ਆਟੋਮੈਟਿਕਲੀ ਸਲੀਪ 'ਤੇ ਹੋ ਜਾਏ। ਠੀਕ ਹੈ। ਸੋ ਇਹ ਐਗਜ਼ਾਮਪਲ ਹੈ। ਐਂਡ ਇੱਕ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ ਵਾਸ਼ਿੰਗ ਮਸ਼ੀਨ ਦੀ। ਸੋ ਜੋ ਆਟੋਮੈਟਿਕ ਵਾਸ਼ਿੰਗ ਕਰਦੀ ਹੈ, ਹੈਂਡ ਆਇਰਨ ਕਰਕੇ ਆਪਣੇ ਕੱਪੜੇ ਜੋ ਹੈ ਕਲੋਥਸ ਹੈ ਵਾਪਿਸ ਕਰ ਦਿੰਦੀ ਹੈ। ਠੀਕ ਹੈ। ਸੋ ਆਟੋਮੈਟਿਕ ਉਸਨੇ ਕੀ ਕਰਨਾ ਹੈ, ਡਿਟਰਜੈਂਟ ਪਾਊਡਰ ਲੈਣਾ ਹੈ। ਠੀਕ ਹੈ। ਸੋ ਇਹ ਬੇਸਿਕਲੀ ਕੀ ਹੈ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੀ ਪਾਰਟ ਹੈ। ਐਂਡ ਨੈਕਸਟ ਐਗਜ਼ਾਮਪਲ ਅਗਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਲਈਏ ਤਾਂ ਹੋ ਸਕਦੀ ਡਿਸੀਜ਼ਨ ਮੇਕਿੰਗ ਦੀ। ਸੋ ਗਾਇਜ਼ ਅਜੇ ਸਟਿਲ ਆਪਣੀ ਕੰਟਰੀ ਦੇ ਵਿੱਚ ਨਹੀਂ ਹੈ, ਬਟ ਅਗਰ ਫੋਰਨ ਦੀ ਗੱਲ ਕਰੀਏ ਤਾਂ ਕੁਛ ਐਕਸਪਰਟ ਸਿਸਟਮ ਵੀ ਹੈ ਜਿਸ ਨਾਲ ਕੀ ਹੈ ਉਹ AI ਦੇ ਥਰੂ ਹੋਮ ਡਿਲੀਵਰੀ ਵੀ ਕਰ ਰਿਹਾ। ਠੀਕ ਹੈ, ਫੂਡ ਡਿਲੀਵਰੀ ਕਹਿ ਸਕਦੇ ਹਾਂ। ਸੋ ਉਹ ਵੀ ਹੋ ਰਹੀ ਹੈ। ਐਂਡ ਨੋਇਸ ਰਿਕੋਗਨਾਈਜੇਸ਼ਨ ਲਾਈਕ ਗੂਗਲ ਅਸਿਸਟੈਂਟ ਦੀ ਗੱਲ ਕਰ ਲਈਏ, ਅਗਰ ਆਪਾਂ ਕੁਛ ਵੀ ਉਸਨੂੰ ਇੰਸਟਰਕਸ਼ਨ ਦਿੰਦੇ ਹਾਂ ਲਾਈਕ ਸਰਚ ਦਿਸ ਸੌਂਗ ਐਂਡ ਪਲੇ ਦਿਸ ਸੌਂਗ ਐਂਡ ਸੌਂਗ ਪਲੇ ਹੋ ਜਾਂਦਾ ਹੈ। ਠੀਕ ਹੈ। ਐਂਡ ਅਗਰ ਕਹਿੰਦੇ ਕਾਲ ਦਿਸ ਪਰਟੀਕੂਲਰ ਪਰਸਨ ਐਂਡ ਉਹ ਕਾਲ ਕਰ ਦੇਣਗੇ। ਸੋ ਗੂਗਲ ਅਸਿਸਟੈਂਟ ਬੇਸਿਕਲੀ ਕੀ ਹੈ, ਆਪਣੀ ਵੋਇਸ ਰਿਕੋਗਨਾਈਜ਼ ਕਰ ਰਿਹਾ ਹੈ। ਠੀਕ ਹੈ। ਸੋ ਇਹ ਕੁਛ ਉਸਦੇ ਹੈ ਫੀਚਰਸ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟ ਤਾਂ ਉਸਦਾ ਸਭ ਤੋਂ ਮੇਨ ਜੋ ਐਗਜ਼ਾਮਪਲ ਕਹਿ ਸਕਦੇ ਹਾਂ AI ਦੀ ਹੈ। ਸੋ AI ਜੋ ਰੋਬੋਟਸ ਹੈ ਬੇਸਿਕਲੀ ਕੀ ਹੁੰਦਾ, ਜਦ ਆਪਾਂ ਬਹੁਤ ਜ਼ਿਆਦਾ ਲੋਡ ਹੁੰਦਾ ਵਰਕ ਦਾ, ਸੋ ਹੈਵੀ ਲੋਡਿੰਗ ਦੇ ਟਾਈਮ 'ਤੇ ਜਦ ਆਪਾਂ AI ਦੇ ਵਿੱਚ ਰੋਬੋਟਸ ਯੂਜ਼ ਕਰਦੇ ਹਾਂ ਜੋ ਕਿ ਹੈਵੀ ਵੇਟ ਨੂੰ ਚੱਕਣ ਦੇ ਲਈ ਹੈਲਪ ਕਰਦੇ ਆ, ਜੋ ਹਿਊਮਨ ਨਹੀਂ ਕਰ ਸਕਦਾ ਕੰਮ ਉਹ ਰੋਬੋਟ ਤੋਂ ਕੰਮ ਲਿੱਤਾ ਜਾਂਦਾ ਹੈ। ਠੀਕ ਹੈ ਜੀ। ਸੋ ਇਸਦੀ ਰਾਈਟ ਆਪਸ਼ਨ ਕੀ ਸੀਗੀ AI ਦੀ, ਸੋ ਦੈਟ ਇਜ਼ ਜੋਹਨ ਮੈਕਾਰਥੇ। ठीक है जी, ऑप्शन नंबर C is right. Next question guys, how the quality of printer is measured? So guys printer है that is output device। ठीक है। सो प्रिंटर ਦੇ टाइप्स है, इम्पैक्ट है, नॉन इम्पैक्ट है। सपोज ਦੇ ਉੱਪਰ डिटेल ਤਾਂ नहीं ब्रीफ डिस्कशन कर ਲੈਂਦੇ ਹਾਂ। सो बेसिकली इस दी राइट ऑप्शन की है गाइस, इस दी राइट ऑप्शन है डॉट्स पर इंच। ठीक है जी। सो ऑप्शन नंबर डी राइट है। जब प्रिंटर की क्वालिटी चैक करनी होए देन आप की करते हैं डॉट्स पर इंच। सी गाइज अगर प्रिंटर दे विच आपां कुछ प्रिंट कर रहे हैं, ओके अगर सपोज करो आप डी ही प्रिंट कर रहे हैं, ठीक है सपोज करो। सो इसकी क्वालिटी किद्दां मैजर होएगी, लाइक जो डॉट्स है ना
ਸੋ ਡੋਟਸ ਕਿੰਨੇ ਕਲੋਜ਼ ਹੈ ਉਸਦੇ ਐਂਡ ਕਿੰਨੇ ਕਲੀਅਰ ਹੈ। ਡੋਟਸ ਪਰ ਇੰਚ ਦੇ ਅਕੋਰਡਿੰਗ ਕੀ ਹੈ ਪ੍ਰਿੰਟਰ ਦੀ ਕੁਆਲਿਟੀ ਮੈਜਰ ਹੁੰਦੀ ਹੈ। ਸੋ ਪ੍ਰਿੰਟਰ ਤੋਂ ਨੈਕਸਟ ਕੁਐਸਚਨ ਕੀ ਬਣ ਸਕਦਾ ਹੈ, ਅਗਰ ਪ੍ਰਿੰਟਰ ਦੀ ਸਪੀਡ ਚੈੱਕ ਕਰਨੀ ਹੋਵੇ ਤਾਂ ਉਸਨੂੰ ਕੀ ਕਵਾਂਗੇ। ਠੀਕ ਹੈ, ਸੋ ਇਸ ਦੇ ਉੱਪਰ ਕੀ ਐਬਰੀਵੇਸ਼ਨ ਪੁੱਛੀਆਂ ਜਾ ਸਕਦੀਆਂ, DPI ਦੀ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ ਫਸਟ ਆਫ ਆਲ। ਸੋ ਦੈਟ ਇਜ਼ ਡੋਟਸ ਪਰ ਇੰਚ। ਠੀਕ ਹੈ, ਐਂਡ ਸੈਕਿੰਡ ਕੁਐਸਚਨ ਤੁਹਾਨੂੰ ਮੈਂ ਆਲਰੇਡੀ ਪੁੱਛ ਚੁੱਕੀ ਹਾਂ ਕਿ ਇਸ ਦੀ ਕੁਆਲਿਟੀ ਪ੍ਰਿੰਟਰ ਦੀ ਕਿੱਦਾਂ ਮੈਜਰ ਕਰਦੇ ਹਾਂ, ਦੈਟ ਇਜ਼ ਡੋਟਸ ਪਰ ਇੰਚ। ਥਰਡ ਕੁਐਸਚਨ ਕੀ ਬਣ ਸਕਦਾ ਪ੍ਰਿੰਟਰ ਤੋਂ ਕਿ ਪ੍ਰਿੰਟਰ ਦੇ ਵਿੱਚ ਜੋ ਪ੍ਰਿੰਟਰ ਦੀ ਸਪੀਡ ਕਿੱਦਾਂ ਮੈਜਰ ਕਰਦੇ ਹਾਂ, ਸੋ ਦੈਟ ਇਜ਼ PPM। ਠੀਕ ਹੈ, ਸੋ ਪ੍ਰਿੰਟਰ ਦੀ ਜੋ ਸਪੀਡ ਹੈ ਉਹ ਆਪਾਂ ਕਿੱਦਾਂ ਚੈੱਕ ਕਰਦੇ ਹਾਂ, PPM, ਦੈਟ ਇਜ਼ ਪੇਜ ਪਰ ਮਿੰਟ। ਓਕੇ, ਸੋ ਇਹ ਤੁਸੀਂ ਮਾਈਂਡ 'ਚ ਰੱਖ ਲੈਣਾ, ਇਹ ਐਬਰੀਵੇਸ਼ਨ ਵੀ ਤੁਹਾਨੂੰ ਪੁੱਛੀ ਜਾ ਸਕਦੀ ਹੈ, DPI ਐਂਡ PPM। PPM ਸਟੈਂਡ ਫॉर ਪੇਜ ਪਰ ਮਿੰਟ। ਸੋ ਬੇਸਿਕਲੀ ਪਰ ਮਿੰਟ ਕਿੱਦਾਂ ਪੇਜ ਪ੍ਰਿੰਟ ਹੋ ਰਿਹਾ, ਸੋ ਇੱਦਾਂ ਉਸਦੀ ਸਪੀਡ ਹੈ ਮੈਜਰ ਕਰੀ ਜਾਂਦੀ ਹੈ। ਸੋ ਨਾਓ ਆਪਾਂ ਮੂਵ ਕਰਦੇ ਹਾਂ ਇਸ ਦੀ ਐਕਸਪਲੇਨੇਸ਼ਨ ਦੇ ਉੱਪਰ। ਪ੍ਰਿੰਟਰ ਬੇਸਿਕਲੀ ਸੋ ਇਹ ਕਿ ਇੱਕ ਆਪਣਾ ਆਊਟਪੁੱਟ ਡਿਵਾਈਸ ਹੈ। ਠੀਕ ਹੈ, ਪ੍ਰਿੰਟਿੰਗ ਦੇ ਲਈ ਜੋ ਆਪਾਂ ਪ੍ਰਿੰਟ ਕਰਨ ਲਈ ਪੇਪਰ ਨੂੰ ਆਪਾਂ ਯੂਜ਼ ਕਰਦੇ ਹਾਂ। ਸੋ ਬੇਸਿਕਲੀ ਪ੍ਰਿੰਟਰ ਹੈ ਜੋ ਦੋ ਟਾਈਪ ਦੇ ਹੁੰਦੇ ਆ, ਇੱਕ ਹੁੰਦਾ ਇੰਪੈਕਟ ਐਂਡ ਇੱਕ ਹੁੰਦੇ ਆ ਨੋਨ ਇੰਪੈਕਟ। ਠੀਕ ਹੈ ਜੀ, ਸੋ ਇੰਪੈਕਟ ਵਿੱਚ ਬੇਸਿਕਲੀ ਕੀ ਹੁੰਦਾ, ਇੱਕ ਜੋ ਅਗਰ ਉਸਦਾ ਇੰਟਰਨਲ ਸਟਰਕਚਰ ਦੀ ਗੱਲ ਕਰੀਏ, ਸੋ ਇੰਟਰਨਲ ਸਟਰਕਚਰ ਦੇ ਵਿੱਚ ਬੇਸਿਕਲੀ ਕੀ ਇੱਕ ਇੰਕਡ ਰੀਬਨ ਹੁੰਦਾ। ਠੀਕ ਹੈ ਗਾਈਸ, ਸੋ ਉਸਦੇ ਉੱਪਰ ਕੀ ਇੰਕਡ ਰੀਬਨ ਦੇ ਉੱਪਰ ਅਲਫਾਬੈਟ ਗਿਵਨ ਹੋਣਗੇ ਆਪਣੇ ਕੋਲੇ। ਠੀਕ ਹੈ, ਸਪੋਜ਼ ABC A to Z ਕੁਛ ਵੀ ਹੋ ਸਕਦਾ ਹੈ। ਸੋ ਜਦ ਇਹ ਇੰਕਡ ਰੀਬਨ ਹੈ ਉਸਦੇ ਉੱਪਰ ਹੈਮਰ, ਹਥੌੜਾ, ਜਿਵੇਂ ਕੁਛ ਵੀ ਹੈਮਰ ਹੈ ਉਹ ਸਟਰਾਈਕ ਕਰੇਗਾ। ਜਦੋਂ ਜਿਸ ਪਰਟੀਕੂਲਰ ਅਲਫਾਬੈਟ ਦੇ ਉੱਪਰ ਹੈਮਰ ਸਟਰਾਈਕ ਕਰੇਗਾ ਜੋ ਕਿ ਇੰਕਡ ਰੀਬਨ ਦੇ ਉੱਪਰ ਹੈ, ਸੋ ਨੀਚੇ ਕੀ ਗਿਵਨ ਹੁੰਦਾ ਆਪਣੇ ਕੋਲ, ਪੇਪਰ। ਸੋ ਪੇਪਰ ਦੇ ਉੱਪਰ ਅਕੋਰਡਿੰਗਲੀ ਜੋ ਅਲਫਾਬੈਟਸ ਹੈ, ਕਰੈਕਟਰਸ ਹੈ, ਪ੍ਰਿੰਟ ਹੁੰਦੇ ਜਾਣਗੇ। ਠੀਕ ਹੈ ਜੀ, ਸੋ ਇਹ ਹੈ ਇਸਦੀ ਇੰਟਰਨਲ ਵਰਕਿੰਗ। ਸੋ ਇੰਟਰਨਲ ਵਰਕਿੰਗ ਜਿੱਦਾਂ ਹੈ ਉਸਦੇ ਅਕੋਰਡਿੰਗ ਕਿ ਪੇਪਰ ਦੇ ਨਾਲ ਫਿਜ਼ੀਕਲ ਕੰਟੈਕਟ ਹੋ ਰਿਹਾ ਹੈ। ਸੋ ਇੰਪੈਕਟ ਕੀ ਹੈ, ਇੰਪੈਕਟ ਐਂਡ ਨੋਨ ਇੰਪੈਕਟ ਦਾ ਡਿਫਰੈਂਸ ਹੀ ਇਹੀ ਹੈ ਕਿ ਇੰਪੈਕਟ ਦੇ ਵਿੱਚ ਕੀ ਹੁੰਦਾ, ਬੇਸਿਕ ਦੇ ਵਿੱਚ ਫਿਜ਼ੀਕਲ ਮਕੈਨਿਜ਼ਮ ਯੂਜ਼ ਹੁੰਦਾ, ਪੇਪਰ ਦੇ ਨਾਲ ਫਿਜ਼ੀਕਲ ਕੰਟੈਕਟ ਹੁੰਦਾ ਹੈ ਪ੍ਰਿੰਟਿੰਗ ਦੇ ਟਾਈਮ 'ਤੇ। ਠੀਕ ਹੈ ਜੀ, ਐਂਡ ਜੋ ਨੋਨ ਇੰਪੈਕਟ ਪ੍ਰਿੰਟਰ ਹੈ ਉਸਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਕੋਲ ਹੀਟ ਦੇ ਥਰੂ ਆਪਾਂ ਯੂਜ਼ ਕਰਦੇ ਹਾਂ, ਇੱਕ ਹੀਟ ਯੂਜ਼ ਕਰਦੇ ਹਾਂ। ਓਕੇ, ਇੱਕ ਆਪਾਂ ਜੋ ਇੰਕ ਹੈ ਉਸਦੀ ਸਪਰੇ ਕਰਦੇ ਹਾਂ ਅਤੇ ਇੱਕ ਆਪਾਂ ਲੇਜ਼ਰ ਕਰਦੇ ਹਾਂ, ਲੇਜ਼ਰ ਲਾਈਟ। ਸੋ ਜੋ ਨੋਨ ਇੰਪੈਕਟ ਹੈ ਇੱਕ ਲੇਜ਼ਰ ਲਾਈਕ ਪੇਪਰ ਦਾ ਡਾਇਰੈਕਟ ਕੌਂਟੈਕਟ ਨਹੀਂ ਹੋ ਰਿਹਾ, ਨੋਨ ਇੰਪੈਕਟ ਮੀਨਸ ਨੋ ਡਾਇਰੈਕਟ ਕੌਂਟੈਕਟ ਵਿਦ ਪੇਪਰ। ਠੀਕ ਹੈ, ਸੋ ਲੇਜ਼ਰ ਹੈ, ਇੱਕ ਸਪਰੇ ਯੂਜ਼ ਕਰਦੇ ਹਾਂ ਦੈਟ ਇਜ਼ ਇੰਕਜੈਟ ਪ੍ਰਿੰਟਰ। ਠੀਕ ਹੈ, ਲੇਜ਼ਰ ਤਾਂ ਹੋ ਗਿਆ ਲੇਜ਼ਰ ਪ੍ਰਿੰਟਰ। ਇੰਕਜੈਟ ਪ੍ਰਿੰਟਰ ਦੇ ਵਿੱਚ ਕੀ ਹੁੰਦਾ, ਸਪਰੇ ਯੂਜ਼ ਕਰਦੇ ਹਾਂ। ਐਂਡ ਲਾਸਟ ਵਨ ਇਜ਼ ਆਰ ਥਰਮਲ ਪ੍ਰਿੰਟਰ, ਜਿਸ ਦੇ ਵਿੱਚ ਕੀ ਯੂਜ਼ ਕਰਦੇ ਹਾਂ, ਹੀਟ ਯੂਜ਼ ਕਰੀ ਜਾਂਦੀ ਹੈ। ਸੋ ਅਗਰ ਤੁਹਾਨੂੰ ਇਸ ਦੀ ਡਿਟੇਲ ਲੈਕਚਰ ਚਾਹੀਦਾ ਹੈ ਸੋ ਤੁਸੀਂ ਕਮੈਂਟ ਕਰ ਦੇਣਾ, ਆਪਾਂ ਲੇਜ਼ਰ ਦੇ ਉੱਪਰ ਫੁੱਲ ਡਿਸਕਸ਼ਨ ਕਰ ਸਕਦੇ ਹਾਂ। ਸੋ ਗਾਈਜ਼ ਇਹਦੇ 7 to 8 ਟਾਈਪਸ ਨੇ, ਸੋ ਉਸਦੀ ਵਰਕਿੰਗ ਦਾ ਆਪਾਂ ਫੁੱਲ ਫਲੈਜ ਡਿਟੇਲ ਡਿਸਕਸ ਕਰ ਸਕਦੇ ਹਾਂ। ਓਕੇ ਜੀ, ਸੋ ਬੇਸਿਕਲੀ ਇਸ ਦੇ ਵਿੱਚ ਕੀ ਸੀਗਾ, ਇਸ ਦੀ ਰਾਈਟ ਆਪਸ਼ਨ ਕੀ ਸੀਗੀ, DPI ਦੈਟ ਇਜ਼ ਡੋਟ ਪਰ ਇੰਚ, ਕੁਆਲਿਟੀ ਮੈਜਰ ਕਰੀ ਜਾਂਦੀ ਹੈ। ਐਂਡ ਅਗਰ ਸਪੀਡ ਚੈੱਕ ਕਰਨੀ ਦੈਟ ਇਜ਼ PPM, ਪੇਜ ਪਰ ਮਿੰਟ ਦੇ ਅਕੋਰਡਿੰਗ ਉਸਦੀ ਸਪੀਡ ਚੈੱਕ ਹੁੰਦੀ ਹੈ। ਠੀਕ ਹੈ ਜੀ, ਸੋ ਅੱਜ ਦੀ ਸੀਰੀਜ਼ ਦਾ ਲਾਸਟ ਕੁਐਸਚਨ ਹੈ USB ਟਾਈਪ ਸਟੋਰੇਜ ਡਿਵਾਈਸ। ਸੋ ਗਾਈਜ਼ ਇਹ ਹੁਣ ਸਟੋਰੇਜ ਦਾ ਕੁਐਸਚਨ ਹੈ। ਸੋ ਬੇਸਿਕਲੀ ਕੀ ਹੈ, USB ਕਿਸ ਟਾਈਪ ਦਾ ਡਿਵਾਈਸ ਹੈ, ਸੈਕੰਡਰੀ ਹੈ, ਐਗਜ਼ਿਲਰੀ ਹੈ, ਟੈਰੀਟਰੀ ਹੈ ਔਰ ਪ੍ਰਾਇਮਰੀ ਹੈ। ਬਹੁਤ ਡਿਟੇਲ 'ਚ ਤੁਹਾਨੂੰ ਐਕਸਪਲੇਨ ਕਰਿਆ ਸੀਗਾ USB। ਸੋ USB ਕਿਸ ਦੀ ਟਾਈਪ ਹੈ, ਦੈਟ ਇਜ਼ ਸੈਕੰਡਰੀ। ਸੋ ਸੈਕੰਡਰੀ 'ਚ ਕੀ ਹੋ ਸਕਦਾ, CD, DVD, ਪੈਨ ਡਰਾਈਵ। ਠੀਕ ਹੈ, ਸੋ ਬੇਸਿਕਲੀ USB ਵਗੈਰਾ ਜੋ ਸੈਕੰਡਰੀ ਡਿਵਾਈਸ ਹੁੰਦੇ ਆ। ਸੋ ਔਗਜ਼ੀਲਰੀ 'ਚ ਕੀ ਹੋ ਸਕਦਾ, ਸੋ ਇਸ ਦੇ ਵਿੱਚ ਕੀ ਮੈਗਨੈਟਿਕ ਡਿਸਕ ਹੋ ਸਕਦੀ ਹੈ। ਟੈਰੀਟਰੀ ਆਪਣੀ ਪਰਮਾਨੈਂਟ ਡਿਵਾਈਸ ਹੁੰਦਾ ਹੈ। ਠੀਕ ਹੈ, ਪਰਮਾਨੈਂਟ ਮੈਮਰੀ ਹੁੰਦੀ ਹੈ। ਐਂਡ ਲਾਸਟ ਵਨ ਬਟ ਨੋਟ ਦਾ ਲੀਸਟ ਕੀ ਹੈ, ਪ੍ਰਾਇਮਰੀ ਮੈਮਰੀ। ਪ੍ਰਾਇਮਰੀ ਮੈਮਰੀ ਦੇ ਵਿੱਚ ਕੀ ਹੁੰਦਾ, ਰੈਮ ਹੈ, ਰੋਮ ਹੈ। ਰੈਮ ਜੋ ਹੈ ਫਰਦਰ ਹੁੰਦੀ ਹੈ SRAM, DRAM। ਠੀਕ ਹੈ, ਸਟੈਟਿਕ ਰੈਮ, ਡਾਇਨਮਿਕ ਰੈਮ। ਰੋਮ ਹੈ, EEPROM ਹੈ, EEPROM ਹੈ। ਸੋ ਇਸਦੀ ਫਰਦਰ ਕਲਾਸੀਫਿਕੇਸ਼ਨ ਹੈ। ਸੋ ਇਸਦੀ ਰਾਈਟ ਆਪਸ਼ਨ ਕੀ ਬਣ ਰਹੀ ਹੈ, ਸੋ USB ਟਾਈਪ ਕਿਸ ਦੀ ਹੈ, ਸੈਕੰਡਰੀ ਦੀ ਟਾਈਪ ਹੈ। ਸੋ ਇਹ ਆਪਣੇ ਸੀਗੇ ਕੁਝ ਅੱਜ ਦੇ ਕੁਐਸਚਨਸ। ਐਂਡ ਜੋ ਵੀ ਤੁਹਾਡਾ ਸਕੋਰ ਹੈ, ਜੋ ਸਕੋਰ ਕਾਰਡ ਹੈ ਆਊਟ ਆਫ 24, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਓਨੈਸਟਲੀ ਬੇਸਿਕਲੀ। ਸੋ ਆਈ ਹੋਪ ਤੁਹਾਨੂੰ ਅੱਜ ਦਾ ਸੈਸ਼ਨ ਅੱਛਾ ਲੱਗਿਆ ਹੋਵੇਗਾ। ਸੋ ਤੁਸੀਂ ਐਨਾਲਿਸਿਸ ਕਰ ਚੁੱਕੇ ਹੋ। ਸੋ ਜਿਨ੍ਹਾਂ ਦੇ ਮਾਰਕਸ ਅੱਛੇ ਹੈ ਉਹਨਾਂ ਨੇ ਓਵਰ ਕੌਨਫੀਡੈਂਟ ਨਹੀਂ ਹੋਣਾ ਹੈ, ਐਂਡ ਜਿਨ੍ਹਾਂ ਦੇ ਮਾਰਕਸ ਕਮ ਹੈ
ਉਹਨਾਂ ਨੇ ਕੀ ਹੈ ਹੋਰ ਹਾਰਡ ਵਰਕ ਕਰਨਾ ਹੈ। ਸੋ ਗਾਇਜ਼ 15 ਮਾਰਕਸ ਦਾ ਸਬਜੈਕਟ ਹੈ ਬੇਸਿਕਲੀ। ਸੋ ਇਸ ਦੇ ਵਿੱਚ ਤੁਸੀਂ ਡੈਫੀਨੇਟਲੀ ਕਮਾਂਡ ਅੱਛੀ ਲੈ ਕੇ ਆਉਣੀ ਹੈ। ਐਂਡ ਆਪਾਂ ਕੰਪਿਊਟਰ ਨੈਟਵਰਕ ਸਟਾਰਟ ਕਰ ਚੁੱਕੇ ਹੋਏ ਹਾਂ ਸਬਜੈਕਟ, ਉਸਦੇ 2 ਟੋਪਿਕ ਹੋ ਚੁੱਕੇ ਹੈ। ਐਂਡ ਨੈਕਸਟ ਜੋ ਲੈਕਚਰ ਹੋਏਗਾ ਉਸ ਵਿੱਚ ਆਪਾਂ 3rd ਟੋਪਿਕ ਸਟਾਰਟ ਕਰਾਂਗੇ। ਬੇਸਿਕਲੀ ਇਸਦੇ 3 to 4 ਟੋਪਿਕਸ ਹੋਰ ਹੈ ਐਂਡ ਆਫਟਰ ਦੈਟ ਆਪਣਾ ਇਹ ਯੂਨਿਟ ਕੰਪਲੀਟ ਹੈ। ਠੀਕ ਹੈ ਜੀ। ਸੋ ਦੈਟਸ ਆਲ ਅਬਾਊਟ ਟੂਡੇ ਸੈਸ਼ਨ। ਥੈਂਕ ਯੂ ਗਾਇਜ਼, ਬਾਏ ਬਾਏ, ਟੇਕ ਕੇਅਰ।